दुखी अंदो नहीं ते ठाओ ना तस्वीर फिराज न माल खौफ न खता न तरस जवाल बेगमपुरा शहर को ना कई दिन हो गए मैनू देखदी नू रोज सवेरे उठ के किधर चला जाना हफ्ता हो गया कालू दी हवेली गेड़ा मार के आउंदियां उन्हां दी मझ बाली बीमार आ मसां साह लैंदी आ पता नहीं साह कित्थे अटकिया पिया मैतों तां बीमार पशु वेख्या नहीं जांदा मैं तां दोवें वेले अरदास करदा भी दातिया उन्होंने 9 बर 9 कर दे चल कोई नहीं महाराज सब दा ही भला करनगे ले तू 2 घुट चाह पी ले फिर तू ऐ कर हाँ 4 रोटियां भी बन दे ते नाले गंढा जेड़ा माल पिया मैं उन्होंने तो लेके जावां हाँ ठीक है तू मुंह हाथ धो ले मैं रोटियां लाउनी है चंगा आ ले 2 घुट चाह पी पहला ले बाबा तेरी ऊंच नीच ऊंच राजे राजे उच्चे नीवे राजे राजे उच्चे नीवे अब मोहे खूब वतन गह पाई ऊहा खैर सदा मेरे पाई ओ चाचा आज ही शाम ਨੂੰ ਮੋਟਰ ਤੇ ਕੌੜਾ ਕੁੱਟ ਕਰਾਵਾਂਗੇ चंगा चंगा गह पाई ऊहा खैर सदा मेरे पाई कायम दायम सदा बात साही कायम दायम सदा बात साही दोनों से मन एक सुआही ਭੈਣੇ ਪੈਰਾਂ ਨੂੰ ਹੱਥ ਲਾ ਕੇ ਪਾਪ ਕਾਹਨੂੰ ਚੜਾਉਣੀ ਆ ਲੈ ਪਾਪ ਕਾਦਾ ਤੂੰ 20 ਵਾਰੀ ਮੇਰੇ ਪੈਰਾਂ ਨੂੰ ਹੱਥ ਲਾਉਣੀ ਆ ਆ ਦੇਖ ਲੈ ਕਿਵੇਂ ਲੱਤਾਂ ਮਾਰਦਾ ਢਿੱਡ 'ਚ ਬਾਲਾ ਹੀ ਕਾਲਾ ਹੋਇਆ ਪਿਆ ਬਾਹਰ ਆਉਣ ਨੂੰ ਕੁੜੇ ਤੈਨੂੰ ਕਿੱਦਾਂ ਪਤਾ ਮੁੰਡਾ ਹੀ ਹੋਊ ਕੀ ਪਤਾ ਕੁੜੀ ਹੋਵੇ ਭਾਗਾਂ ਭਰੀ ਮੇਰੀ ਭਾਗਾਂ ਵਾਲੀ ਗੱਲ ਸੁਣ ਮੈਂ ਵੀ ਤੇਰੇ ਨਾਲ ਗੱਲਬਾਤ ਵੀ ਕਰਦਾ ਕਿ ਨਹੀਂ ਕਿਉਂ ਗੱਲ ਕਰਨ ਨੂੰ ਉਹਨੂੰ ਕੀ ਹੋਇਆ ਹੋ ਕਿਤੇ ਗੂੰਗਾ ਮੇਰਾ ਮਤਲਬ ਉਹ ਨਹੀਂ ਸੀ ਮੇਰਾ ਮਤਲਬ ਵੀ ਤੇਰੇ ਕੋਲ ਬਹਿੰਦਾ ਹੈ ਤੇਰੇ ਨਾਲ ਬੋਲਦਾ ਚੱਲਦਾ ਹੈ ਅੱਜ ਕੱਲ ਤਾਂ ਉਹਨੂੰ ਤੇਰਾ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਨਾ ਮੇਰਾ ਦਿਲ ਕਰਦਾ ਸਾਡੇ ਨਾਲ ਕੁੜੀ ਹੋਵੇ ਤੇ ਉਹਦਾ ਮੂੰਹ ਮੱਥਾ ਨਾ ਤੇਰੇ ਵਰਗਾ ਹੋਵੇ ਸੋਹਣਾ ਸੁਨੱਖਾ ਬਿਲਕੁਲ ਤੇਰੇ ਤੇ ਜਾਵੇ ਹਾਂ ਭੈਣੇ ਪਿਓ ਦੇ ਮੂੰਹ ਮੱਥੇ ਤੇ ਤਾਂ ਲੋਕ ਸਵਾਲ ਹੀ ਖੜੇ ਕਰਦੇ ਨੇ ਮੇਵੀ ਨੇ ਕਿਹੜਾ ਮੇਰੇ ਨਾਲ ਕੱਟ ਕੀਤੀ ਸੀ ਸ਼ੁਰੂ ਚ ਕਿੰਨੀ ਵਾਰੀ ਬਾਸੀ ਧੀਮੀ ਕਹਿ ਕੇ ਕੁੱਟਿਆ ਸੀ ਮੈਨੂੰ ਹੋਇਆ ਕੀ ਸੀ ਕੀ ਹੋਣਾ ਸੀ ਭੈਣੇ ਮੇਰਾ ਵੀਰਾ ਜਿਹੜੀ ਕੋਠੀ 'ਚ ਕੰਮ ਕਰਨ ਜਾਂਦਾ ਸੀ ਉਹ ਸੀ ਜਗੀਰਦਾਰ ਇੱਕ ਦਿਨ ਮੈਂ ਵੀ ਮੇਰੇ ਵੀਰੇ ਨਾਲ ਕੋਠੀ 'ਚ ਕੰਮ ਕਰਨ ਚਲੀ ਗਈ ਤੇ ਉਹਨੇ ਮੇਰੇ ਵੀਰੇ ਨੂੰ ਕਿਤੇ ਹੋਰ ਭੇਜਤਾ
ਹੁੰਦੇ ਨੇ ਤੇ ਹਾਏ ਅੱਖਾਂ ਪਾੜ ਕੇ ਦੇਖਦੇ ਨੇ ਜਿਵੇਂ ਅੱਖਾਂ 'ਚ ਹੀ ਸਾਰਾ ਕੁਝ ਕਰ ਜਾਣ। ਪਰਲੇ ਸਮਝਦੇ ਆ ਕਿ ਪੱਠਿਆਂ ਦੀ ਪੱਟ ਪਿੱਛੇ ਅਸੀਂ ਇਹਨਾਂ ਨੂੰ ਖਰੀਦ ਲਿਆ। ਕੁੜ ਦੀ ਡਲੀ ਸਮਝ ਕੇ ਮੂੰਹ 'ਚ ਪਾ ਜਾਣ ਨੂੰ ਫਿਰਦੇ ਨੇ। ਭਾਵੇਂ ਜਿੰਨਾ ਮਰਜੀ ਬਚਾ ਲਓ ਆਪਣੇ ਆਪ ਨੂੰ ਤੇ ਕਰਦੇ ਇਹੋ ਸਮਝਦੇ ਨੇ ਕਿ ਪਤਾ ਨਹੀਂ ਇਹਨਾਂ ਨੂੰ ਕਿੰਨੇ ਆਪਣੇ ਮੂੰਹਾਂ 'ਚ ਪਾ ਲਿਆ। ਆਪਾਂ ਵੇੜੇ ਵਾਲੀਆਂ ਤੀਵੀਆਂ ਜਾਈਏ ਤਾਂ ਜਾਈਏ ਕਿੱਥੇ ਵੇੜੇ। ਪਹਿਲਾਂ ਧੀ ਹੋਣ ਦਾ ਦੁੱਖ, ਫਿਰ ਤੀਵੀਂ ਹੋਣ ਦਾ ਦੁੱਖ, ਤੇ ਫਿਰ ਮਾਂ ਹੋਣ ਦਾ ਵੀ ਦੁੱਖ। ਸਾਨੂੰ ਔਰਤ ਹੋਣ ਦਾ ਸੁੱਖ ਤਾਂ ਕਿਸੇ ਵੀ ਪੀੜ੍ਹੀ ਨੇ ਨਹੀਂ ਦਿੱਤਾ ਨਾ। ਮੈਨੂੰ ਵੀ ਮਿਲ ਗਿਆ ਸੀ ਇੱਕ ਵਾਰੀ ਇੱਕ ਚੌਰਾ, ਹੱਥੋਂ ਨੇ ਅੱਗੇ ਨੂੰ ਕੀਤਾ ਹੀ ਸੀ ਕਿ ਮੈਂ ਦਾਤੀ ਚੁੱਕ ਕੇ ਵੰਗਾਰਿਆ। ਮੈਂ ਕਿਹਾ ਗਾਂ ਨਾ ਵਧੀ, ਇੱਕ ਕਦਮ ਵੀ ਗਾਂ ਪੁੱਟਿਆ ਨਾ ਥਾਂ ਹੀ ਵੜ ਦੂੰ। ਦੇਖੀ ਕਿਤੇ ਦਹੀਂ ਦੇ ਭੁਲੇਖੇ ਕਪਾਹ ਨੂੰ ਨਾ ਮੂੰਹ ਮਾਰ ਬੈਠੀ, ਕਿਤੇ ਭੁਲੇਖੇ ਚ ਹੀ ਤੁਰਿਆ ਫਿਰੇ। ਫਿਰ ਮਿਆਉ ਮਿਆਉ ਕਰਦਾ ਪਿੱਛੇ ਨੂੰ ਹੋ ਗਿਆ, ਮੁੜ ਕੇ ਜ਼ਰੂਰਤ ਨਹੀਂ ਪਈ ਉਹਦੀ। ਜੇ ਸਾਡੇ ਕੁੜੀ ਹੋਈ ਨਾ, ਮੈਂ ਉਹਨੂੰ ਐ ਨਹੀਂ ਰੋਲਣ ਦਿਆਂਗੀ, ਮੈਂ ਉਹਨੂੰ ਸ਼ੀਣੀ ਬਣਾਉਂਗੀ, ਸ਼ੀਣੀ। ਹਾਂ ਹਾਂ ਆ ਜਾਓ। ਉਹ ਗੁੱਗੂ ਤੂੰ ਜਰਾ ਆਪਣੀ ਜ਼ੁਬਾਨ ਬੰਦ ਰੱਖੀ। ਚੰਗਾ ਜੀ। ਸਤਿ ਸ੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ੍ਰੀ ਅਕਾਲ ਬਈ, ਕੀ ਹਾਲ ਹੈ ਸਰਦਾਰ ਕੀਪਾ ਸਿਆ? ਠੀਕ ਆ ਜੀ। ਦੇਖ ਬਈ, ਮੈਂ ਇਹਨਾਂ ਮੁੰਡਿਆਂ ਨੂੰ ਕਿਹਾ ਕਿ ਆਪਾਂ ਖੁਦ ਜਾਣਾ ਕੀਪੇ ਸਰਦਾਰ ਕੋਲ ਹੱਡਾ ਰੋੜੀ, ਤੇ ਮੈਂ ਪਹੁੰਚ ਗਿਆ। ਤੁਸੀਂ ਕਾਹਨੂੰ ਖੇਚਲ ਕਰਨੀ ਸੀ ਸਰਪੰਚ ਸਾਹਿਬ, ਮੈਨੂੰ ਸੁਨੇਹਾ ਘੱਲ ਦਿੰਦੇ। ਉਹ ਬਈ ਕੋਈ ਵੀ ਕੰਮ ਨੀਵਾਂ ਜਾਂ ਉੱਚਾ ਨਹੀਂ ਹੁੰਦਾ, ਨਾ ਹੀ ਕੋਈ ਬੰਦਾ ਉੱਚਾ ਨੀਵਾਂ। ਆਪਾਂ ਤਾਂ ਇੱਕੇ ਵਿਚਾਰ ਤੇ ਚੱਲਦੇ ਆਂ ਕਿ ਮਾਨਸ ਕੀ ਜਾਤ ਸਭੇ ਏਕੋ ਪਹਿਚਾਨ ਬੋ। ਗੱਲ ਤਾਂ ਤੁਹਾਡੀ ਠੀਕ ਆ ਸਰਪੰਚ ਸਾਹਿਬ, ਪਰ ਹੁਣ ਕੌਣ ਮੰਨਦਾ ਇਹਨਾਂ ਗੱਲਾਂ ਨੂੰ? ਗੱਲ ਏਦਾਂ ਹੈ ਕੀਪਿਆ ਬਈ, ਤੇਰਾ ਟੱਬਰ ਤਾਂ ਸਾਥੋਂ ਬਾਹਰਾ ਨਹੀਂ, ਪਰ ਮੈਂ ਜਾਣਦਾ ਕਿ ਵਿਹੜੇ ਵਾਲਿਆਂ 'ਚ ਤੇਰੀ ਸਰਦਾਰੀ ਹੈ, ਤੇਰਾ ਦਬਦਬਾ ਉਹਨਾਂ ਤੇ, ਤੇਰੀ ਮੰਨਦੇ ਆ, ਪੂਰੀ ਚੜਾਈ ਆ ਤੇਰੀ ਸਰਦਾਰ ਕੀ ਪਾਸਿਆਂ। ਚੜਾਈ ਚੜੂਈ ਕਾਦੀ ਆ ਸਰਪੰਚ ਸਾਹਿਬ? ਉਹ ਕੋਈ ਨਹੀਂ ਸਰਪੰਚ ਸਾਹਿਬ ਸੁਣਦਾ ਕਿਸੇ ਦੀ। ਲੋਕ ਸਿਆਣੇ ਹੋ ਗਏ ਆ, ਸਾਡੀ ਤਾਂ ਹੁਣ ਕੋਈ ਸੁਣਦਾ ਹੀ ਨਹੀਂ। ਪਿੰਡ ਦੇ ਹਾਲਾਤ ਬਹੁਤ ਮਾੜੇ ਹੋ ਗਏ ਆ ਸਰਪੰਚ ਸਾਹਿਬ। ਕਦੇ ਕਦੇ ਤਾਂ ਦੋ ਦੋ ਲੋਥਾਂ ਨਿਕਲਦੀਆਂ ਸਿਵਿਆਂ ਵੱਲ। ਗੁੱਸਾ ਨਾ ਕਰਿਓ ਸਰਪੰਚ ਸਾਹਿਬ, ਲੋਕ ਤੁਹਾਡੇ ਵੱਲ ਹੀ ਉਂਗਲ ਕਰਦੇ ਨੇ। ਮੈਂ ਯਾਰ ਸਵੇਰੇ ਸ਼ਾਮ ਗੁਰਦੁਆਰੇ ਜਾਣਾ, ਤੂੰ ਦੱਸ ਬਈ ਪਿੰਡ 'ਚ ਕਦੇ ਮੈਨੂੰ ਕਿਸੇ ਨੇ ਦੇਖਿਆ ਸ਼ਰਮ ਨਸ਼ਾ ਪੱਤਾ ਵਰਤਾਉਂਦੇ ਨੂੰ? ਹੈ ਹਾਂ, ਕਦੀ ਕਦਾਈ ਛਿੱਟ ਲਾ ਲਈਦੀ ਆ, ਵੱਖਰੀ ਗੱਲ ਹੈ, ਸਾਰੇ ਲਾਉਂਦੇ ਨੇ, ਇਹਦੇ 'ਚ ਕਿਹੜੀ ਗੱਲ ਆ? ਸਰਪੰਚ ਸਾਹਿਬ ਕਿਹੜਾ ਪਿੰਡ ਦੇ ਮੁੰਡਿਆਂ ਦੇ ਮੂੰਹ 'ਚ ਆਪ ਜਾ ਕੇ ਚਿੱਟਾ ਪਾਉਂਦੇ ਆ? ਖਾਂਦੇ ਆ ਤੇ ਖਾਈ ਜਾਣ। ਓਏ ਇਹ ਤਾਂ ਆਪ ਵਿਚਾਰੇ ਅੱਧੇ ਬੋਲ ਕੁੱਤਿਆਂ ਵਾਂਗੂ ਤੁਰ ਪੈਂਦੇ ਆ ਬੰਦਿਆਂ ਨਾਲ, ਤੂੰ ਆਪਦੀਆਂ ਹੀ ਛੱਡੀ ਜਾਂਦਾ ਹੈ। ਉਹ ਕੀਪਿਆ, ਆਪਣਾ ਦਿਮਾਗ ਟਿਕਾਣੇ ਰੱਖ। ਓ ਬਿਕਰਮ, ਵੇਖ ਬਈ ਸਰਦਾਰ ਕੀ ਪਾਸਿਆਂ, ਇਲੈਕਸ਼ਨ ਤਾਂ ਅਸੀਂ ਜਿੱਤੇ ਪਏ, ਜੇ ਤੂੰ ਵੋਟਾਂ ਪਾ ਦੇਗਾ ਤਾਂ ਵੀ, ਜੇ ਨਾ ਪਾਏਗਾ ਤਾਂ ਵੀ। ਪਰ ਭਰਾ ਮੇਰਿਆ, ਜੇ ਤੂੰ ਵਿਹੜੇ ਵਾਲਿਆਂ ਦੀਆਂ ਵੋਟਾਂ ਪਵਾ ਦੇਗਾ ਤੇ ਅਸੀਂ ਵੱਧ ਵੋਟਾਂ ਨਾਲ ਜਿੱਤ ਜਾਵਾਂਗੇ, ਪਾਰਟੀ 'ਚ ਕੋਈ ਵੱਡਾ ਅਹੁਦਾ ਮਿਲ ਜਾਏਗਾ। ਬਾਕੀ ਬਈ ਅਣਜਾਣੇ 'ਚ ਕੋਈ ਗਲਤੀ ਹੋ ਗਈ ਹੋਵੇ ਤੇ ਮਾਫ ਕਰ ਦੇ ਬਈ, ਬੰਦਾ ਭੁੱਲਣਹਾਰ ਆ,
मैं खिमा दा जाचक है मेरे भरावा। बाकी बई साडा तू ख्याल रखना सरदार कीपा से। हाँ चलो आओ भी मुड़ियो, आ जाओ आ जाओ। चलो 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 शाबाश। अंग्रेजी दा दिया दई बचिया कुछ ना। लै बई साडा चन्नी वीरा आया शहरों हैं, सेवा करिए। आला फड़ वाह। मे भी तू 60 ml लेगा कि 30 ml? सिट्टी सुट्टी रहन दे सानू, सानू पेंडुआ नू 100 ही पा तू। आड़ा आपदे हिसाब नाल पाड़ा लिया। आंडिया दी प्लेट भी दई वीरे एक। चुक फिर। भुजिया खा, आंडे भी ले। मे भी तू WhatsApp ते हैगा ओए? अहीं ते यारा जदों दे जमे साइकिल ते ही आ। ओए मैं साइकिल दी नहीं फोन दी गल करदा। लिया तेरा फोन कड WhatsApp पाइए ओदे च। टेलीफोन? अले ओ कंजरा तां देसी फोन है। खड़ तेनू मैं दिखाउणा आपदे फोन चों। ਇਹਨੂੰ ਕਹਿੰਦੇ ਆ WhatsApp। ਰਹਿਣ ਦੇ, ਮੈਂ ਕੀ ਕਰਾਉਣਾ WhatsApp ਤੋਂ। ਓਏ WhatsApp ਤੋਂ ਕਿਹਨੇ ਕੁਛ ਕਰਨਾ? ਮੈਂ ਤਾਂ ਜਿਹੜਾ ਇਹਦੇ 'ਚ ਸਮਾਨ ਆਉਂਦਾ ਨਾ ਉਹਦੀ ਗੱਲ ਕਰਦਾ। ਉਹਦੇ 'ਚ ਬਹੁਤ ਨਜ਼ਾਰਾ। ਇੱਧਰ ਆ ਤੈਨੂੰ ਦਿਖਾਵਾਂ। ਇੱਧਰ ਦੇਖ ਦੇਖ। ਓਏ ਯਾਰ ਮੈਨੂੰ ਤੇ ਸੰਗ ਆਉਂਦੀ ਆ। ਚੱਲ ਸਾਲਾ ਸੰਗ ਦਾ ਨਾ ਹੋਵੇ ਤਾਂ। ਪਾਣੀ ਪਵਾ ਬਸ। ਲਾ ਖਿੱਚ। ਚੰਨੀ ਇਹ ਕਿੱਦਾਂ ਗੋਰੀ ਮਤਲਬ ਇਹ ਚ ਆ ਜੂਗੀ? 12,000 ਦਾ ਫੋਨ ਆ। ਸਾਰੀਆਂ ਵੀਡੀਓ ਆਉਂਦੀਆਂ ਇਹਦੇ 'ਚ। ਨਾਲੇ ਜਿਹੜੀ ਮਰਜ਼ੀ ਵੀਡੀਓ ਜਿੱਧਰ ਮਰਜ਼ੀ ਭੇਜ ਦੇ। ਮੁੰਬਈ ਤੋਂ ਲੈ ਕੇ ਤੇ ਅਮਰੀਕਾ ਤੱਕ ਦਾ ਸਾਰਾ ਸਮਾਨ ਇਹਦੇ 'ਚ ਰੱਖਿਆ। ਸਾਰੀਆਂ ਸੋਹਣੀਆਂ ਤੀਵੀਆਂ ਮੇਰੇ ਮੋਬਾਈਲ 'ਚ ਹੈ। ਜੇਬ 'ਚ ਰੱਖੀ ਦਾ 12 GB ਦਾ ਡਾਟਾ ਤੇ ਰੰਨਾਂ ਦੇ ਮਾਰੀ ਦਾ ਮੂੰਹ ਤੇ ਪੁੱਠਾ ਚਾਟਾ। ਮੈਂ ਵੀ ਕੰਮ ਤੋਂ ਵੀ ਆ ਕੇ ਨਾ ਪਾ ਕੇ ਕੱਪੜੇ ਕੁੱਪੜੇ ਨਾਲੇ ਟਿਪ ਟੋਪ ਹੋ ਕੇ ਰੋਜ਼ ਮਾਲ ਜਾਣਾ। ਨਜ਼ਾਰੇ ਲਈਦੇ ਆ ਉੱਥੇ ਮਾਲ 'ਚ। ਤੂੰ ਗਿਆ ਕਦੇ ਮਾਲ? ਦੇਖਿਆ ਮਾਲ ਕਦੇ? ਅਸੀਂ ਤੇ ਜੰਮੇ ਪਲੇ ਮਾਲ 'ਚ। ਕਿਸੇ ਦਾ ਡੰਗਰ ਵੱਛਾ ਮਰ ਜੇ, ਕੱਟਾ ਮਰ ਜੇ, ਉਹਨੂੰ ਹੀ ਮਾਲ ਕਹਿੰਦੇ ਆ ਨਾ। ਓਹੋ ਉਹ ਮਾਲ ਨਹੀਂ ਓਏ, ਸ਼ਹਿਰਾਂ 'ਚ ਹੁੰਦੇ ਆ ਮਾਲ। ਪਤੰਦਰਾਂ ਨੇ 150-200 ਦੁਕਾਨਾਂ ਇੱਕ ਹੀ ਦੁਕਾਨ 'ਚ ਖੋਲੀਆਂ ਹੁੰਦੀਆਂ। ਉਹਨੂੰ ਕਹਿੰਦੇ ਆ ਮਾਲ। सो देवी और सज्जनों, ये राहु और केतु ये दोवें ग्रह बड़े खतरनाक होंगे। सोचो तो सही इन्हां बारे। जे ये दोवें सूरज ते चंद नूं घेरा पा सकदे है, फिर मानस की चीज है इन्हां लई। पर घबराउण दी लोड़ नहीं है। इन्हां दोहां ग्रहां दा उपाय भी है इन्हां दा प्रभाव दूर करन लई। सारी संगत उपाय सुन लो। 7 रंग दा कपड़ा किसी भी धार्मिक स्थान ते चढ़ा देना। सारी संगत समझ गई? मंत्र दा जाप बार बार करना चाहिए। आ गया? चल बह जा, रोटी खा ले गरम गरम। गर्मी है। हाँ जे अपने मेवी दे मुंडा होया ना, ਤਾਂ ਆਪਾਂ ਉਹਦਾ ਨਾਮ ਜਾਂ ਤਾਂ ਰਾਹੂ ਰੱਖਾਂਗੇ ਜਾਂ ਕੇਤੂ।
ਤੂੰ ਦੱਸ ਤੇਰੇ ਕੀ ਪਸੰਦ ਆ? ਹਾਏ ਓ ਰੱਬਾ, ਕਿਉਂ ਕਮਲੀਆਂ ਗੱਲਾਂ ਕਰੀ ਜਾਨਾ? ਰਾਹੂ ਕੇਤੂ ਦਾ ਲੋਕ ਉਪਾਅ ਕਰਦੇ ਆ, ਤੂੰ ਗਲ ਬਲਾ ਪਾਉਣ ਲੱਗਾ। ਗੱਲ ਤਾਂ ਮੈਂ ਤੈਨੂੰ ਵੀ ਪਾਇਆ, ਤੂੰ ਕਿਹੜਾ ਕਿਸੇ ਬਲਾ ਨਾਲੋਂ ਘੱਟ ਆ। ਮੈਨੂੰ ਤਾਂ ਕੁਝ ਹੋਇਆ ਨਹੀਂ, ਨੰਗਾ ਨਾਲ ਬਾਹ ਪੈ ਗਿਆ। ਕੀ ਕਿਹਾ? ਤੁਹਾਡਾ ਤਾਂ ਜਿੱਦਾਂ ਮੈਨੂੰ ਪਤਾ ਨਹੀਂ। ਹਾਂ, ਵਿਆਹ ਤੋਂ ਪਹਿਲਾਂ ਕਹਿੰਦੇ ਮੁੰਡਾ ਨਾ ਮੱਝਾਂ ਦਾ ਵਪਾਰੀ ਆ। ਉਹ ਤਾਂ ਮੈਨੂੰ ਵਿਆਹ ਤੋਂ ਬਾਅਦ ਪਤਾ ਲੱਗਾ ਕਿ ਵਪਾਰੀ ਤਾਂ ਹੈਗਾ ਮੱਝਾਂ ਦਾ, ਪਰ ਜੀਂਦੀਆਂ ਦਾ ਨਹੀਂ, ਮਰੀਆਂ ਦਾ। ਤੇ ਤੇਰੇ ਪਿਓ ਨੇ ਕਿਹੜਾ ਸਾਡੇ ਨਾਲ ਘੱਟ ਕੀਤੀ ਸੀ? ਕੀ ਕੀਤਾ ਸੀ? ਵਿਆਹ ਤੋਂ ਪਹਿਲਾਂ ਤਾਂ ਕਹਿੰਦਾ ਸੀ ਜਿੰਨੀ ਮਰਜ਼ੀ ਬਰਾਤ ਲਿਆਇਓ, ਰੱਜ ਕੇ ਸੇਵਾ ਹੋਊ। ਤੇ ਜਿੱਦਣ ਬਰਾਤ ਲੈ ਕੇ ਗਏ, ਮੂਰੇ ਧਰਤੀ ਚਿਬੜਾਂ ਦੀ ਚਟਣੀ, ਤੇ ਫਿਰ ਮਗਰ ਮਗਰ ਤੁਰਿਆ ਫਿਰੇ, ਲਓ ਹੋਰ ਲਓ ਹੋਰ ਲਓ, ਜਿਵੇਂ ਕਿਤੇ ਬੱਕਰਾ ਵੱਢ ਕੇ ਧਰਿਆ ਹੁੰਦਾ। ਅੱਛਾ ਇੱਕ ਗੱਲ ਦੱਸ, ਹੈਂ? ਬਈ ਜੇ ਕੁੜੀ ਹੋਈ ਤਾਂ ਫਿਰ ਕੀ ਨਾਮ ਰੱਖਾਂਗੇ? ਫਿਰ ਜਿਹੜਾ ਤੈਨੂੰ ਚੰਗਾ ਲੱਗੇ ਉਹ ਰੱਖ ਲਈ। ਚੱਲ ਚੰਗਾ, ਲੈ ਰੋਟੀ ਖਾ ਪਹਿਲਾਂ ਤੂੰ। ਲਿਆ। ਅੱਛਾ ਇੱਕ ਗੱਲ ਦੱਸ, ਇਹ ਰਾਹੂ ਤੇ ਕੇਤੂ ਵਾਲੀ ਗੱਲ ਤੇਰੇ ਦਿਮਾਗ 'ਚ ਕਿੱਦਾਂ ਆਈ? ਉਹ ਮੈਂ ਨਾ ਹੁਣ ਜਦੋਂ ਘਰ ਆ ਰਿਹਾ ਸੀ, ਹਾਂ, ਤਾਂ ਮੰਦਿਰ ਦੇ ਮੂਹਰੇ ਪੰਡਤ ਰਾਹੂ ਕੇਤੂ ਦੀ ਕਥਾ ਸੁਣਾ ਰਿਹਾ ਸੀ। ਅੱਛਾ। ਮੈਨੂੰ ਬਸ ਇੱਕ ਪੁਰਾਣੀ ਗੱਲ ਚੇਤੇ ਆ ਗਈ। ਆਪਣੇ ਪਿੰਡ ਦੇ ਪਾੜੇ ਮੁੰਡਿਆਂ ਨੇ ਨਾ ਬਹੁਤ ਪਹਿਲਾਂ ਇੱਕ ਨੌਜਵਾਨ ਸਭਾ ਬਣਾਈ ਹੋਈ ਸੀ। ਅੱਛਾ। ਮੈਂ ਵੀ ਵਿੱਚ ਦੀ ਜਾ ਵੜਦਾ ਸੀ। ਹਾਂ। ਉਹ ਦੱਸਦੇ ਹੁੰਦੇ ਸੀ ਵੀ ਕੇਰਾ ਨਾ ਦੇਵਤਿਆਂ ਤੇ ਰਾਖਸਾਂ ਨੇ ਮਿਲ ਕੇ ਅੱਛਾ ਸਮੁੰਦਰ ਰਿੜ ਕੇ ਅੰਮ੍ਰਿਤ ਕੱਢਿਆ। ਅੱਛਾ। ਤੇ ਜਦੋਂ ਅੰਮ੍ਰਿਤ ਵੰਡਣ ਦੀ ਵਾਰੀ ਆਈ ਨਾ, ਤਾਂ ਦੇਵਤੇ ਇਕੱਲੇ ਹੀ ਬਹਿ ਗਏ। ਤੇ ਉਹਨਾਂ ਵਿੱਚ ਇੱਕ ਰਾਖਸ ਸੀ, ਬੜੀ ਚਤੁਰਬੁੱਧੀ ਦਾ ਮਾਲਕ। ਉਹਨੇ ਕੀ ਕੀਤਾ ਵੀ ਭੇਸ ਬਦਲਾਇਆ ਤੇ ਦੇਵਤਿਆਂ ਦੀ ਲਾਈਨ 'ਚ ਬਹਿ ਗਿਆ। ਅੱਛਾ। ਤੇ ਤੇ ਅੰਮ੍ਰਿਤ ਪੀ ਗਿਆ। ਚੰਦ ਤੇ ਸੂਰਜ ਨੂੰ ਪਤਾ ਲੱਗਿਆ ਤਾਂ ਉਹਨਾਂ ਵਿਸ਼ਨੂੰ ਨੂੰ ਸ਼ਿਕਾਇਤ ਕਰਤੀ। ਤਾਂ ਵਿਸ਼ਨੂੰ ਨੇ ਚੱਕ ਕੇ ਉਹਦੇ 2 ਟੋਟੇ ਕਰਤੇ। ਅੱਛਾ। ਉੱਪਰਲਾ ਹਿੱਸਾ ਬਣ ਗਿਆ ਰਾਹੂ ਤੇ ਥੱਲੇ ਵਾਲਾ ਹਿੱਸਾ ਬਣ ਗਿਆ ਕੇਤੂ। ਆ ਜਿਹੜਾ ਚੰਦ ਸੂਰਜ ਦਾ ਗ੍ਰਹਿਣ ਜਿਹਾ ਲੱਗਦਾ ਹੁੰਦਾ ਨਾ, ਇਹ ਬਸ ਰਾਹੂ ਚੰਦ ਸੂਰਜ ਤੋਂ ਬਦਲਾ ਲੈਣ ਲਈ ਨਾ ਕਦੇ ਕਦੇ ਉਹਨਾਂ ਨੂੰ ਨਿਗਲ ਲੈਂਦਾ ਹੈ। ਨਾ ਕਰਮੀਆਂ, ਤੂੰ ਦੱਸ ਬਈ ਜਦੋਂ ਦੇਵਤਿਆਂ ਤੇ ਰਾਖਸਾਂ ਨੇ ਇਕੱਠਿਆਂ ਨੇ ਮਿਹਨਤ ਕਰਕੇ ਸਮੁੰਦਰ ਰਿੜ ਕੇ ਅੰਮ੍ਰਿਤ ਕੱਢਿਆ, ਤਾਂ ਫਿਰ ਅੰਮ੍ਰਿਤ ਤੇ ਰਾਖਸਾਂ ਦਾ ਵੀ ਤਾਂ ਉਨਾ ਹੀ ਹੱਕ ਸੀ। ਫਿਰ ਰਾਹੂ ਗਲਤ ਹੋਇਆ ਕਿ ਠੀਕ ਹੋਇਆ? ਤੂੰ ਦੱਸ ਭਲਾ। ਨਹੀਂ, ਗਲਤ ਤਾਂ ਨਹੀਂ ਹੋਇਆ। ਹਾਂ, ਉਹ ਸੱਚ ਮੈਂ ਤਾਂ ਭੁੱਲ ਹੀ ਗਿਆ। ਕੀ ਭੁੱਲ ਗਿਆ? ਉਹ ਦੱਸਦਾ। ਆ ਚੱਕ ਇੱਕ। ਇਹ ਕੀ ਹੈ? ਉਹ ਤੂੰ ਦੇਖ ਤਾਂ ਸਹੀ। 2 3 ਜਵਾਕ ਦੀ ਖੁਸ਼ੀ 'ਚ ਨਾ ਤੂੰ ਵੀ ਜਵਾਕ ਹੀ ਬਣ ਗਿਆ। ਇਹ ਕੀ ਹੈ? ਇਹ ਕੋਈ ਖਿਡੌਣੇ? ਲੈ ਖਿਡੌਣੇ ਨਹੀਂ, ਹੋਰ ਤੈਨੂੰ ਬਾਹਲਾ ਪਤਾ ਖਿਡੌਣੇ ਕੀ ਹੁੰਦੇ ਆ? ਹਾਂ, ਤੈਨੂੰ ਤਾਂ ਬਾਹਲਾ ਪਤਾ। ਲੈ ਰੱਖ, ਬਾਅਦ 'ਚ ਦੇਖਦੀ ਆ, ਤੂੰ ਰੋਟੀ ਖਾ ਪਹਿਲਾਂ। ਲਿਆ। ਕਿਉਂ, ਕੀ ਗੱਲ ਹੋ ਗਈ ਖਿਡੌਣਿਆਂ ਨੂੰ? ਠੀਕ ਤਾਂ ਹੈਗੇ ਆ। ਇਹ ਲੱਭੇ ਸੀ। ਹੈਂ? ਕੀ ਗੱਲ ਪੁੱਤ? ਜੀ ਇਹਨਾਂ ਨੂੰ ਫੋਨ ਕਰਕੇ ਦੇਖ ਲੈਂਦੇ। ਆਇਆ ਨਹੀਂ ਹਲੇ? ਉਹ ਕਰਦਾ ਫੋਨ ਮੈਂ। ਲੈ ਇਹਦੇ 'ਚ ਤਾਂ ਬੀਬੀ ਬੋਲਦੀ ਆ। ਲੱਗਦਾ ਕਾਲ ਦੇ ਪੈਸੇ ਖਤਮ ਹੋ ਗਏ। ਪਰ ਉਹ ਵੀ ਤਾਂ ਫੋਨ ਕਰਕੇ ਦੱਸ ਸਕਦਾ ਸੀ ਨਾ। ਸੁਣ, ਤੂੰ ਪਤਾ ਕਰ ਮਾੜਾ ਜਿਹਾ। 9 ਵੱਜ ਗਏ। ਮੈਂ ਪਤਾ ਕਰਦਾ। ਰੁਕ ਭਾਈ, ਮੈਂ ਵੇਖ ਕੇ ਆਉਣਾ ਉਹਨੂੰ। ਪੁੱਤ ਆ ਜਾ, ਤੂੰ ਅੰਦਰ ਆ ਜਾ। ਨਹੀਂ ਜੀ, ਮੈਂ ਇੱਧਰੇ ਉਡੀਕ ਕਰਦੀ ਆ। ਆਉਣਾ ਮੈਂ। ਚੰਗਾ। ਰੋਟੀ ਦਵਾਂ ਪਾ ਕੇ? ਪੈ ਜਾ ਤੂੰ, ਮੈਂ ਖਾ ਕੇ ਆਇਆ। ਪਤਾ ਵੀਰ ਜੀ, ਸਾਰੇ ਪਿੰਡ 'ਚ ਲੱਭ ਕੇ ਆਏ ਨੇ, ਕਿਤੇ ਨਹੀਂ ਲੱਭੇ ਤੁਸੀਂ। ਪਤਾ ਕਿੰਨੇ ਪਰੇਸ਼ਾਨ ਹੋਏ। ਨਹੀਂ, ਮੈਂ ਕਿਤੇ ਦੁਬਈ ਚਲਾ ਗਿਆ ਸੀ, ਇੱਥੇ ਹੀ ਸੀ। ਹਾਲੀ ਬੋਲੋ। ਵੀਰਾ ਤੇ ਕਮਲਾ ਆ, ਦੁਨੀਆ ਅਮਰੀਕਾ ਕੈਨੇਡਾ ਪਹੁੰਚ ਗਈ
ਇੱਥੇ ਵੀਰਾ ਸਾਡਾ ਪਿੰਡ ਦੀ ਜੂਹ ਨਹੀਂ ਟੱਪਦਾ। ਆਖੇ ਮਾਤਾ ਪਿਤਾ ਦਾ ਪੁਰਖੀ ਕੀਤਾ, ਕਿੰਨੀ ਵਾਰੀ ਆਖਿਆ ਵੀ ਸ਼ਹਿਰ ਚੱਲਦੇ ਆ। ਨਹੀਂ ਨਹੀਂ ਨਹੀਂ, ਤੂੰ ਦੱਸ ਸਾਨੂੰ ਇੱਥੇ ਖੇਤ ਲਾਟ ਹੋਇਆ। ਵੀਰਾ ਨਾ ਗਿਟਾਰ ਦੇ ਜ਼ਮਾਨੇ 'ਚ ਵੀ ਬਾਪੂ ਵਾਲੀ ਸਰੰਗੀ ਵਜਾਈ ਜਾਂਦਾ। ਪਰ ਉਹ ਵਿਚਾਰੇ ਤਾਂ ਦੋਵੇਂ ਜੀ ਸਾਰਾ ਦਿਨ ਘਰ ਲਈ ਹੱਡ ਬਣਾਉਂਦੇ ਨੇ। ਆਹੋ ਹੱਡ ਬਣਾਉਂਦੇ ਆ ਤੇ ਨਿਕਲਦਾ ਕੀ ਆ ਵਿੱਚੋਂ ਛੁੰਛਣਾ। ਪੈਦਾ ਤੂੰ ਆਰਾਮ ਨਾਲ ਸੌ ਜਾ, ਸੌ ਸੌ ਜਾ ਸੌ ਜਾ। ਮਾਰ ਜਾ। ਸਤਿ ਸ੍ਰੀ ਅਕਾਲ ਸਰਦਾਰ ਜੀ। ਹੋਰ ਵੀ ਮੇਵੀ, ਕੀ ਹਾਲ ਚਾਲ ਹੈ? ਬਸ ਜੀ ਕਿਰਪਾ ਹੈ, ਹੁਕਮ ਕਰੋ ਸਰਦਾਰ ਜੀ। ਓਏ ਹੁਕਮ ਕਾਹਦਾ? ਦੇਖ ਬਈ, ਆਪਾਂ ਨੂੰ ਗੱਲ ਲੱਗ ਲਪੇਟ ਵਾਲੀ ਕਰਨ ਦੀ ਤਾਂ ਆਦਤ ਨਹੀਂ, ਗੱਲ ਆਪਾਂ ਸਿੱਧੀ ਤੀਰ ਕਰੀਦੀ ਐ। ਓਏ ਪਿਛਲੀ ਵਾਰੀ ਤੁਸੀਂ ਮੇਰੇ ਤੋਂ ਪਾਸਾ ਵੱਟ ਗਏ ਸੀਗੇ। 21 ਵੋਟਾਂ ਕੀ ਚੀਜ਼ ਹੁੰਦੀਆਂ ਦੱਸੋ? ਓਏ ਨਾਲੇ ਸਰਪੰਚੀ ਕੀ ਚੀਜ਼ ਹੈ ਯਾਰ? ਪੌੜੀਆਂ ਤੇ ਚੜੀ ਚੜੀ ਉਤਰ ਗਈ। ਐਤਕੀ ਸਰਪੰਚੀ ਵੱਟ ਤੇ ਪਈ ਐ, ਵੱਟ ਤੇ। ਤੁਸੀਂ ਡੱਕਾ ਮੇਰੇ ਵੱਲ ਸਟਾ ਦਿਓ। ਡੱਕਾ ਸੁੱਟਤੇ ਦਈਏ ਸਰਦਾਰ ਸਾਹਿਬ, ਪਰ ਮੁੜ ਕੇ ਸਾਨੂੰ ਕਿਸੇ ਨੇ ਪੁੱਛਣਾ ਨਹੀਂ। ਲੈ ਪੁੱਛਣਾ ਕਿਹਨੇ ਨਹੀਂ? ਉਹ ਕਿਹੜੀਆਂ ਗੱਲਾਂ ਕਰਦਾ ਯਾਰ? ਤੁਸੀਂ ਇੱਕ ਵਾਰ ਜਿਤਾਓ ਤਾਂ ਸਹੀ, ਫੇਰ ਲਹਿਰਾਂ ਪਹਿਰਾਂ। ਓਏ ਗੋਲੀ ਕਿਹਦੀ ਤੇ ਗਹਿਣੇ ਕਿਹਦੇ? ਤੂੰ ਇੱਕ ਵਾਰੀ ਜਿਤਾ ਦੇ, ਫੇਰ ਨਾ ਵਿਹੜਿਆਂ 'ਚ ਹੀ ਕੰਮ ਕਰਾਉਣਾ ਮੈਂ, ਐਨ ਪੂਰਾ ਵਧੀਆ। ਤੇ ਨਾਲੇ ਸੁਣ, ਸਹੁੰ ਚੱਕ ਦੇ ਸਾਰ, ਪਹਿਲਾਂ ਤੇਥੋਂ ਤੇਰਾ ਇਹ ਕੰਮ ਛਡਾ ਕੇ ਨਾ ਆ ਪਿੰਡ ਵਾਲੀ ਟੈਂਕੀ ਆ ਜਿਹੜੀ, ਉਹਦੇ ਤੇ ਚੌਕੀਦਾਰੀ ਦੀ ਨੌਕਰੀ ਤੇਰੀ ਪੱਕੀ। ਲੈ ਹੁਣ ਕਰਾ ਦੇ ਕੰਮ। ਪਰ ਸਰਦਾਰ ਸਾਹਿਬ, ਸਾਡੇ ਨਾ ਵਿਹੜੇ ਦੀਆਂ ਸਾਰੀਆਂ ਵੋਟਾਂ ਇਕੱਠੀਆਂ ਭੁਗਤਦੀਆਂ, ਨਾਲੇ ਫਿਰ ਜਿੱਦਾਂ ਵੱਡਾ ਵੀਰਾ ਕਹੂ ਓਦਾਂ ਕਰ ਲਾਂਗੇ। ਤਾਂ ਫਿਰ ਵੱਡੇ ਵੀਰੇ ਨੂੰ ਸਮਝਾਉਣਾ ਕਿਨੇ ਹੈ? ਉਹ ਤਾਂ ਹੀ ਸਮਝਾਉਣਾ ਹੈ। ਕਰਾ ਦੇ ਕੰਮ ਐਤਕੀ, ਮੇਰੇ ਵੱਲ ਸਟਾ ਦੇ ਡੱਕਾ। ਠੀਕ ਹੈ ਸਰਦਾਰ ਸਾਹਿਬ। ਹਾਂ ਲੋਰ ਮਨੋਰੀ ਦੁੱਧ ਕਟੋਰੀ ਪੀਲੇ ਨਿੱਕਿਆ ਲੋਕਾਂ ਤੋਂ ਚੋਰੀ। ਲੋਰੀ ਲੱਕੜੇ ਆ ਗਿਆ। ਇੰਨਾ ਚਿਰ ਕਿੱਥੇ ਲਾਤਾ? ਬਹੁਤੀ ਉਡੀਕੀ ਜਾਂਦੀ ਆ। ਉਹ ਟੈਂਪੂ ਵਾਲਾ ਸਵਾਰੀਆਂ ਲਾਉਣ ਗਿਆ ਸੀ। ਲੈ ਸਮਾਨ ਜੀ, ਤੁਸੀਂ ਵੀ ਕਦੇ ਗੇੜਾ ਮਾਰ ਜਿਓ। ਆਹੋ ਹੁਣ ਤੇ ਆਉਣਾ ਹੀ ਪੈਣਾ ਹੋਣ ਵਾਲੇ ਮਾਮਾ ਜੀ। ਚੱਲ ਆ, ਉਹ ਟੈਂਪੂ ਖੜਾ, ਆ ਜਾ, ਬੁਲਾ ਭਾਬੀ ਭੇਜ ਇਹਨੂੰ। ਚੰਗਾ, ਧਿਆਨ ਰੱਖੀ ਆਪਣਾ ਹੈ। ਭਰਪੂਰ ਨਾ ਚੱਕੀ, ਚੰਗਾ। ਚੰਗਾ ਭੈਣੇ, ਤੂੰ ਵੀ ਆਪਣਾ ਖਿਆਲ ਰੱਖ। ਹਾਂ ਚੰਗਾ। ਦੇਖ ਬਈ ਮੇਵੀ, ਮੈਂ ਨਾ ਤਾਂ ਐਤਕੀ ਵੋਟ ਪਾਉਣੀ ਆ ਤੇ ਨਾ ਹੀ ਕਿਸੇ ਨੂੰ ਪਵਾਉਣੀ ਆ। ਪਰ ਫਿਰ ਵੀ ਆਪਾਂ ਮੂੰਹ ਮੱਥੇ ਲੱਗਣਾ ਅਗਲਿਆਂ ਦੇ, ਇਦਾਂ ਕਿਤੇ ਮੁਨਕਰ ਹੋਇਆ ਜਾਂਦਾ। ਨਾਲੇ
ਆਪਾਂ ਤੇ ਵੋਟਾਂ ਪਾਉਣੀਆਂ ਹੀ ਆ, ਇਹਨਾਂ ਨੂੰ ਨਹੀਂ ਤੇ ਉਹਨਾਂ ਨੂੰ ਸਹੀ। ਅੱਗੇ ਵੋਟਾਂ ਪਾ ਕੇ ਤੇ ਪਵਾ ਕੇ ਵੇਖ ਲੀਆਂ। ਪਿਛਲੀ ਵਾਰੀ ਹਾਕਮ ਨੂੰ ਵੋਟਾਂ ਪਵਾਈਆਂ ਨਹੀਂ ਸਾਰਿਆਂ ਤੋਂ। ਉਹਨੇ ਕੀ ਕਰਤਾ? ਉਹਨੇ ਕਿਹੜਾ ਦਿੱਲੀ ਦੇ ਕਿੰਗ ਰਟਾਤੇ ਜਾ ਕੇ? ਲੋਕਾਂ ਦਾ ਕੁਝ ਸੰਵਾਰਿਆ ਨਹੀਂ, ਆਪਣਾ ਸਾਰਾ ਕੁਝ ਬਣਾ ਲਿਆ ਇਹਨਾਂ ਨੇ ਬਾਰੋ ਬਾਰੀ। ਵੀਰੇ ਜੇ ਆਪਾਂ ਇਹਨਾਂ ਨੂੰ ਵੋਟਾਂ ਨਾ ਪਾਵਾਂਗੇ ਤਾਂ ਆਪਣੇ ਘਰ ਕਿਹੜਾ ਡਾਲਰਾਂ ਦੀ ਬਰਸਾਤ ਹੋਣ ਲੱਗ ਪੈਣੀ ਹੈ। ਫੇਰ ਐਵੇਂ ਬੁਰੇ ਬਣਨ ਦਾ ਕੀ ਫਾਇਦਾ? ਨਾਲੇ ਨਛੱਤਰ ਸਿੰਘ ਕਹਿੰਦਾ ਸੀ ਐਤਕੀ ਮੈਂ ਤੁਹਾਡੇ ਘਰ ਵੀ ਆਉਂਗਾ। ਆਹੋ, ਉਹ ਤਾਂ ਹੁਣ ਆਊ। ਵਿਹੜੇ ਵਾਲਿਆਂ ਦਾ ਤਾਂ ਪਰਚੀਆਂ ਹੀ ਸਮਝਦੇ ਆ ਵੀ 5 ਸਾਲਾਂ ਬਾਅਦ ਮਰੋੜੀਆਂ ਤੇ ਮਰੋੜ ਕੇ ਡੱਬੇ 'ਚ ਪਾ ਲੀਆਂ। ਫਿਰ ਤੂੰ ਕੌਣ ਤੇ ਮੈਂ ਕੌਣ? ਵੀਰੇ ਤੂੰ ਤੇ ਐਵੇਂ ਜਿੱਦ ਕਰੀ ਜਾਂਦਾ। ਨਛੱਤਰ ਸਿੰਘ ਕਹਿੰਦਾ ਸੀ ਭਈ ਐਤਕੀ ਜਿੱਤਣ ਤੋਂ ਬਾਅਦ ਪਾਣੀ ਵਾਲੀ ਟੈਂਕੀ ਤੇ ਤੇਰੀ ਚੌਕੀਦਾਰ ਦੀ ਨੌਕਰੀ ਪੱਕੀ। ਓਏ ਜਿਹੜੇ ਨਛੱਤਰ ਸਿੰਘ ਨੂੰ ਤੂੰ ਵੋਟਾਂ ਪਾਣ ਨੂੰ ਕਾਲਾ ਹੋਇਆ ਪਿਆ, ਤੂੰ ਨਿਆਣਾ ਭੁੱਲਿਆ ਕਿਤੇ? ਕਿਵੇਂ ਆਪਣੀ ਵਿਹੜੇ ਵਾਲੀ ਮੇਜੋ ਦੀ ਜਿੱਤ ਨੂੰ ਸ਼ਰਮ ਹੱਥ ਪਾ ਲਿਆ ਸੀ ਉਹਨੇ। ਐ ਤੇ ਫਿਰ ਹਾਕਮ ਸਿੰਘ ਕਿਹੜਾ ਦੁੱਧ ਧੋਤਾ? ਇਹੀ ਤਾਂ ਮੈਂ ਕਹਿੰਦਾ। ਫਿਰ ਆਪਾਂ ਕਿਸੇ ਨੂੰ ਨਹੀਂ ਵੋਟ ਪਾਣੀ। ਉਹਨੇ ਕਿਹੜਾ ਘੱਟ ਗੁਜ਼ਾਰੀ ਆ? ਅੱਧਾ ਪਿੰਡ ਨਸ਼ੇੜੀ ਬਣਾਤਾ। ਓਏ ਹੋਰ ਤਾਂ ਹੋਰ ਕੁੜੀਆਂ ਨੂੰ ਵੀ ਲਾਤਾ ਨਸ਼ੇ ਦੀ ਚਾਟ ਤੇ। ਸਾਲਾ ਬੇੜਾ ਹੀ ਕਰ ਕਰਤਾ। ਦੇਖ ਵੀਰੇ, ਜਿਹੜੀਆਂ ਤੇਰੀਆਂ ਫਾਲਸਫੀਆਂ ਨਾ ਆਪਣੇ ਕੋਲ ਹੀ ਰੱਖ। ਤੂੰ ਬਸ ਮੈਨੂੰ ਇਹ ਦੱਸ ਭਈ ਨਛੱਤਰ ਸਿੰਘ ਨੂੰ ਵੋਟਾਂ ਪਾਉਣੀਆਂ ਕਿ ਨਹੀਂ? 100 ਹੱਥ ਰੱਸਾ ਸਿਰੇ ਤੇ ਗੰਢ। ਨਾ ਮੈਂ ਵੋਟ ਪਾਉਣੀ ਆ ਤੇ ਨਾ ਹੀ ਮੈਂ ਕਿਸੇ ਤੋਂ ਪਵਾਉਣੀ ਆ। ਫਿਰ ਚਿੰਬੜੇ ਰਹੋ ਇਸੇ ਗੰਦ ਨਾਲ। ਨਾਲੇ ਸਾਡੇ ਤੇ ਵੀ ਪਾਓ ਇਸ ਗੰਦ ਦੇ ਛਿੱਟੇ। ਲੱਗੇ ਰਹੋ ਇਸੇ ਚਮਚ। ਮੇਰੇ ਨਾ ਤੇਰਾ ਅੱਜ ਤੱਕ ਕੁਝ ਬਣਿਆ ਤੇ ਨਾ ਹੀ ਤੂੰ ਸਾਡਾ ਬਣਨ ਦੇਣਾ। ਹੁਣ ਆਪ ਨੌਕਰੀ ਤੇ ਸਕਦੇ ਸੀ, ਇਹ ਸਮਝਦਾ ਹੀ ਨਹੀਂ। हाँ ले ਬਹੁਤ ਅਣਹੋਣੀ ਹੋਈ ਹੈ, ਬਹੁਤ ਵੱਡਾ ਦੁੱਖ ਹੈ, ਬੜੀ ਵੱਡੀ ਸੱਟ ਵੱਜੀ ਹੈ ਬਲਕਾਰ ਸਿੰਘ। ਅਸੀਂ ਤੇਰਾ ਇਹ ਜ਼ਖਮ ਭਰ ਤੇ ਨਹੀਂ ਸਕਦੇ ਮੇਰੇ ਵੀਰ, ਪਰ ਇਹਦੇ ਤੇ ਮਰਹਮ ਲਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਅਸੀਂ ਪਿੰਡ 'ਚ ਆਪਣੇ ਕਰਮੇ ਦੀ ਯਾਦ 'ਚ ਇੱਕ ਨਸ਼ਾ ਛਡਾਊ ਕੇਂਦਰ ਖੋਲ ਰਹੇ ਹਾਂ, ਤਾਂ ਜੋ ਪਿੰਡ ਵਾਲਿਆਂ ਨੂੰ ਵੀ ਪਤਾ ਲੱਗੇ ਕਿ ਨਸ਼ਾ ਵਰਤਣ ਵਾਲੇ ਦਾ ਕੀ ਹਸ਼ਰ ਹੁੰਦਾ। ਸੋ ਇਸੇ ਸਿਲਸਿਲੇ 'ਚ ਕਰਮੇ ਦੀ ਵੱਡੀ ਫੋਟੋ ਫਰੇਮ ਕਰਵਾ ਕੇ ਲੈ ਕੇ ਆਏ ਹਾਂ। ਮੱਲਮ ਨਹੀਂ, ਤੁਸੀਂ ਸਾਡੇ ਜ਼ਖਮਾਂ ਤੇ ਲੂਣ ਛਿੜਕਣ ਆਏ ਹੋ। ਮੁੰਡੇ ਦੇ ਨਾਂ ਤੇ ਕੇਂਦਰ ਤਾਂ ਐਂ ਖੁੱਲਣ ਲੱਗੇ ਹੋ ਜਿਵੇਂ ਉਹ ਕਾਰਗਿਲ ਦੀ ਜੰਗ 'ਚ ਸ਼ਹੀਦ ਹੋਇਆ ਹੁੰਦਾ। ਸਰਪੰਚ ਸਾਹਿਬ, ਆਪਾਂ ਇੱਕ ਕੰਮ ਹੋਰ ਨਾ ਕਰੀਏ? ਪਿੰਡ ਦੇ ਵਿੱਚ ਇੱਕ ਹੋਰ ਨਵਾਂ ਸ਼ਮਸ਼ਾਨ ਘਾਟ ਬਣਾ ਦਈਏ। ਜਦੋਂ 2-2 3-3 ਮੁੰਡਿਆਂ ਦੀਆਂ ਲਾਸ਼ਾਂ ਜਲਾਉਣੀਆਂ ਪੈਂਦੀਆਂ ਤਾਂ ਬੜੀ ਦਿੱਕਤ ਆਉਂਦੀ ਹੈ। ਮੈਨੂੰ ਪਤਾ, ਬਹੁਤ ਵੱਡਾ ਦੁੱਖ ਹੈ ਬਲਕਾਰ ਸਿੰਘ। ਇਹੋ ਜਿਹੇ ਦੁੱਖ 'ਚ ਬੰਦਾ ਝੱਲਾ ਹੋ ਜਾਂਦਾ। ਇਸ ਦੁੱਖ ਦੀ ਘੜੀ 'ਚ ਮੈਂ ਤੁਹਾਡੇ ਨਾਲ ਸ਼ਾਮਲ ਹਾਂ, ਨਾਲ ਖੜਾ ਤੁਹਾਡੇ ਵੀਰ। ਤੁਸੀਂ ਸਾਡੇ ਤੇ ਇੱਕ ਅਹਿਸਾਨ ਕਰੋ, ਮੁੜ ਕੇ ਸਾਡੀ ਦੇਲੀ ਨਾ ਚੜਿਓ। ਭੈਣ ਜੀ, ਮੈਂ ਤੇ ਨਗਰ ਦਾ ਸੇਵਕ ਹਾਂ, ਹਰ ਕਿਸੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦਾ ਰਿਹਾ ਤੇ ਇਸੇ ਤਰ੍ਹਾਂ ਅਗਾਂਹ ਵੀ ਹੁੰਦੇ ਰਹਿਣਾ। ਉਹ ਵਾਹਿਗੁਰੂ ਤੁਹਾਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਬਹੁਤ ਕੰਮ ਕਰਦਾ ਸੀ ਸਾਡਾ ਕਰਮਾ। सिमरन। हाँ जी मम्मा। सिर ढक बेटा। ओके ओके बेटा, मैं गुरुद्वारा साहब जाके आई हाँ तेरी जॉब ਲਈ ਅਰਦਾਸ ਕਰਕੇ। थैंक यू मम्मा, यू आर सो स्वीट। ਗੱਲ ਸੁਣ ਬੱਚੇ, ਦੇਖ ਯੂਨੀਵਰਸਿਟੀ ਦੀਆਂ ਗੱਲਾਂ ਹੋਰ ਸੀ, ਹੁਣ ਤੂੰ ਪਿੰਡ 'ਚ ਜੌਬ ਕਰਨੀ ਹੈ, ਕਿਸੇ ਨਾਲ ਲੜਦੀ ਨਾ ਫਿਰੀ ਉੱਥੇ। ਕਮ ਔਨ ਮਮਾ, ਤੁਹਾਨੂੰ ਕੀ ਲੱਗਦਾ ਮੈਂ ਸਭ ਨਾਲ ਲੜਦੀ ਰਹਿੰਦੀ ਆ? ਜੇ ਕੋਈ ਸਾਹਮਣੇ ਉਹ ਗਲਤ ਕਰੂਗਾ ਤਾਂ ਲੜਨਾ ਹੀ ਪੈਣਾ ਨਾ। ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਹਮੇਸ਼ਾ ਮੈਨੂੰ ਰੋਕਦੇ ਹੋ ਕਿ ਲੜਾਈ ਨਹੀਂ ਕਰਨੀ, ਐਂਡ ਪਾਪਾ ਹਮੇਸ਼ਾ ਮੈਨੂੰ ਕਹਿੰਦੇ ਸੀ ਕਿ ਡਰਨਾ ਨਹੀਂ। ਵੈਸੇ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਤੁਹਾਡੇ ਦੋਨਾਂ ਦੀ ਇੰਨੀਆਂ ਕੰਟਰਾਸਟ ਪਰਸਨੈਲਿਟੀਜ਼ ਇੰਨੇ ਸਾਲ ਨਿਕਲ ਕਿਵੇਂ ਗਏ? ਬੇਟਾ,
ਤੇਰੇ ਪਾਪਾ ਵਰਗਾ ਕਿਵੇਂ ਹੋਣਾ? ਸੀਰੀਅਸਲੀ ਵੈਸੇ ਹੈ ਤਾਂ ਤੂੰ ਉਹਨਾਂ ਵਰਗੀ। ਬਈ ਹੁਣ ਥਾਣੇ ਕਚਹਿਰੀ ਦਾ ਕੋਈ ਕੰਮ ਹੋਇਆ ਤਾਂ ਸਮਝਿਓ ਨਾ। ਬਹਿ ਜਾ ਕਰਵਾ ਬਸ ਪਰਵਾਹ ਨਹੀਂ ਕਰਨੀ। ਹਾਂ ਲੈ ਆ ਆਉਂਦਾ ਮੁੱਖਾ। ਉਹ ਬੱਲੇ ਪੁੱਤਰੋ ਫੇਰ ਬਣਾਤਾ ਤਾਏ ਨੂੰ ਸਰਪੰਚ। ਉਹ ਧੰਨਵਾਦ। ਕੀ ਗੱਲ? ਜੇ ਤੇਰਾ ਨਛੱਤਰ ਸਿੰਘ ਵੋਟਾਂ 'ਚ ਨਹੀਂ ਜਿੱਤਿਆ ਤਾਂ ਹੁਣ ਫਿਰ ਇਸ ਵਿਚਾਰੀ ਕੁੱਚੀ ਤੇ ਕਾਹਤੋਂ ਗੁੱਸਾ ਲਾਈ ਜਾਣਾ? ਮੈਂ ਕਿਹਾ ਸੀ ਨਾ ਪਾ ਦਿਓ ਵੋਟਾਂ। ਸਾਲੀ ਮੇਰੀ ਟੈਂਕੀ ਵਾਲੀ ਨੌਕਰੀ ਵੀ ਗਈ। ਹੁਣ ਮਾਰੀ ਜੋ ਮੱਥਾ ਕੂਚੀਆਂ ਦੇ ਨਾਲ। ਓਏ ਅੱਗੇ ਤਾਂ ਇਹਨਾਂ ਨੇ ਬੜੀਆਂ ਨੌਕਰੀਆਂ ਦੇਤੀਆਂ ਸਾਨੂੰ, ਨਾਲੇ ਅਸੀਂ ਕੋਈ ਇਹਨਾਂ ਦੀ ਨੌਕਰੀ ਤੇ ਬੈਠੇ ਆ। 2 ਜੂਨ ਦੀ ਰੁੱਖੀ ਸੁੱਖੀ ਮਿਲਦੀ ਆ, ਬਸ ਬਹੁਤ ਆ। 2 ਵਕਤੀ ਰੋਟੀ ਨਾਲ ਜ਼ਿੰਦਗੀ ਨਹੀਂ ਨਾ ਗੁਜ਼ਾਰ ਹੁੰਦੀ। ਸਾਲਾ ਅੱਗੇ ਤਾਂ ਨਹੀਂ ਸੋਚਣਾ ਕੁਛ। ਓਏ ਤੇਰਾ ਕੀ ਖਿਆਲ ਆ? ਆਪਾਂ ਆਪਣਾ ਅੱਗਾ ਸਵਾਰਨ ਲਈ ਦੂਜਿਆਂ ਦਾ ਝੁੱਗਾ ਚੌੜ ਕਰਨ ਦੇ ਵਿੱਚ ਹਿੱਸੇਦਾਰ ਬਣੀਏ? ਤੇ ਕਰਾ ਲਿਓ ਫਿਰ ਆਪਣਾ ਝੁੱਗਾ ਚੌੜ। ਦੇਖ ਲਿਓ ਸਵਾਦ, ਭੁਗਤ ਲਿਓ ਹੁਣ। ਉਹ ਕੀ ਪਿਆ? ਉਹ ਘਰੇ ਹੀ ਆ? ਹਾਂ ਵੀ ਕਾਂਤੀ, ਕਿਵੇਂ ਆਇਆ? ਕੀ ਹਾਲ ਆ? ਉਹ ਮੇਰਾ ਹਾਲ ਤਾਂ ਠੀਕ ਆ। ਆਪਣੇ ਸਰਪੰਚ ਨੇ ਬੁਲਾਇਆ ਤੈਨੂੰ ਕੋਠੀ 'ਚ। ਅੱਛਾ, ਤੂੰ ਚੱਲ ਫਿਰ ਮੈਂ ਆਉਣਾ। ਚੰਗਾ। ਸਰਜੀਤ ਸਿੰਘ ਸਾਰੇ ਕੰਮ ਆਪਾਂ ਹੀ ਕਰਨੇ ਆ, ਫਿਕਰ ਨਾ ਕਰ ਤੂੰ। ਆਹੋ ਸਰਦਾਰ ਜੀ ਕੀਪਾ ਆਇਆ ਬਾਹਰ। ਹੈ ਕੀਪਾ ਆਇਆ ਜੀ। ਆਵਾਜ਼ ਮਾਰੋ ਦੀ। ਮੈਂ ਕਰਦਾ ਉਹਨਾਂ ਗੱਲ। ਬੁਲਾ ਉਹਨੂੰ। ਕੀਪੇ, ਉਹ ਕੀਪੇ ਆ ਜਾ। ਆਉਂਦਾ ਬਾਵਾ ਲਮਕਾਈ ਸਾਲਾ। ਸਤਿ ਸ੍ਰੀ ਅਕਾਲ ਸਰਪੰਚ ਸਾਹਿਬ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀ ਕੁਲਦੀਪ ਸਿੰਘ, ਕੀ ਹਾਲ ਆ? ਬਸ ਠੀਕ ਹੈ ਜੀ। ਉਹ ਬਈ ਗੱਲ ਏਦਾਂ ਮਿੱਤਰਾ, ਬਈ ਉਹ ਜਿਹੜਾ ਹੱਡਾ ਰੋੜੀ ਦੇ ਠੇਕੇ ਦੀ ਗੱਲ ਚੱਲਦੀ ਆ 2 ਸਾਲ ਤੋਂ ਪੰਚਾਇਤ 'ਚ, ਉਹਨੂੰ ਐਤਕੀ ਅਸੀਂ ਲਾਗੂ ਕਰ ਰਹੇ ਹਾਂ ਜੀ। ਠੇਕਾ? ਬਈ ਜਿਹੜਾ ਬੰਦਾ ਹੱਡਾ ਰੋੜੀ ਦਾ ਠੇਕਾ ਲਊ, ਹੱਡਾ ਰੋੜੀ ਨੂੰ ਸੰਭਾਲੂ, ਉਹਨੂੰ 45,000 ਰੁਪਇਆ ਭਰਨਾ ਪਊ ਸਾਲ ਦਾ। ਉਹ ਬਈ ਮੈਂ ਤਾਂ ਬਥੇਰਾ ਕਿਹਾ ਪੰਚਾਂ ਨੂੰ, ਬਈ ਕੀਪਾ ਆਪਣਾ ਬੰਦਾ ਇੰਨੇ ਚਿਰ ਦਾ ਹੱਡ ਚੁੱਕਦਾ, ਚੱਲ ਚੁੱਕੀ ਜਾਣ ਦਿਓ, ਕਿਹੜੀ ਗੱਲ ਆ। ਪਰ ਤੈਨੂੰ ਪਤਾ ਕੌਣ ਸੁਣਦਾ ਕਿਸੇ ਦੀ। ਉਹ ਕਹਿੰਦੇ ਵੀ ਜੇ ਪੰਚਾਇਤ ਦੀ ਜ਼ਮੀਨ ਦੀ ਬੋਲੀ ਹੋ ਸਕਦੀ ਆ ਤਾਂ ਹੱਡਾ ਰੋੜੀ ਦੀ ਕਿਉਂ ਨਹੀਂ? ਨਾਲੇ ਵੀ ਫਿਰ ਵਿਹੜੇ ਵਾਲਿਆਂ ਵਾਸਤੇ ਧਰਮਸ਼ਾਲਾ ਵੀ ਤਾਂ ਬਣਾਉਣੀ ਹੈ। ਤੇ ਮੈਂ ਹੀ ਉਹਨਾਂ ਨੂੰ ਕਿਹਾ ਵੀ ਵੇਖੋ ਵੀ ਜੇ ਧਰਮਸ਼ਾਲਾ ਦੀ ਗੱਲ ਆ ਨਾ, ਤੇ ਇਸ ਨੇਕ ਕੰਮ ਨੂੰ ਆਪਣਾ ਕੀਪਾ ਨਾ ਨਹੀਂ ਕਰ ਸਕਦਾ। ਸੋ ਵੀ ਗੱਲ ਏਦਾਂ ਵੀ ਹੁਣ ਤੂੰ ਪੈਸਿਆਂ ਦਾ ਇੰਤਜ਼ਾਮ ਕਰ ਲਾ, ਨਹੀਂ ਤੇ ਉਹ ਲੱਸੀ ਪੀਣੇ ਦੇ ਮੁੰਡੇ ਵੀ ਮੇਰੇ ਮਗਰ ਪਏ ਹੋਏ ਨੇ। ਤੇ ਤੂੰ ਆਪਣਾ ਬੰਦਾ ਵੀ ਮੈਂ ਹੀ ਉਹਨਾਂ ਨੂੰ ਕਿਹਾ ਵੀ ਪਹਿਲ ਕੀਪੇ। ਸੋ ਹੁਣ ਤੈਨੂੰ ਰਕਮ ਦਾ ਇੰਤਜ਼ਾਮ ਕਰਨਾ ਪੈਣਾ। ਚਲੋ ਕਰੋ ਹੁਣ। ਸਾਲਾ ਨਾ ਹੋਵੇ ਹੱਡ ਚੱਕ ਜਿਆ। ਪੁੱਤ ਜੇ ਤੇਰੇ ਮੈਂ ਹੱਡ ਨਾਲ ਜਰਕਣ ਲਾ ਦਿੱਤੇ ਤਾਂ ਮੈਨੂੰ ਹਾਕਮ ਕਿੰਨੇ ਕਹਿਣਾ? ਕੀ ਗੱਲ, ਨੀਂਦ ਨਹੀਂ ਆ ਰਹੀ? ਸਿਰ ਘੁੱਟਦੇ ਆ? ਨਹੀਂ, ਤੂੰ ਸੌਂ ਜਾ। ਕੀ ਲੋੜ ਸੀ ਸਾਫ਼-ਸਾਫ਼ ਵੋਟਾਂ ਨੂੰ ਮਨਾ ਕਰਨ ਦੀ? ਜੇ ਵੋਟਾਂ ਪਾਈਆਂ ਹੁੰਦੀਆਂ ਤਾਂ ਘੱਟੋ ਘੱਟ ਜਿੱਤਣ ਵਾਲਿਆਂ ਨੂੰ ਕਹਿ ਤਾਂ ਸਕਦੇ ਸੀ ਬਈ ਤੈਨੂੰ ਪਾਈਆਂ।
ਉੱਥੇ ਕਿਹੜਾ ਪਤਾ ਲੱਗਣਾ ਸੀ। ਹਾਕਮ ਨੇ ਅੱਧੇ ਪਿੰਡ ਨੂੰ ਨਸ਼ੇ ਦੀ ਚਾਟ ਤੇ ਲਾਤਾ। ਕਦੇ ਕਦੇ ਤਾਂ ਪਿੰਡ 'ਚ 2-2 ਸਿਵੇ ਵਲਦੇ ਆ ਤੇ ਤੁਸੀਂ ਟੱਬਰ ਕਹਿੰਦੇ ਹੋ ਹਾਲੇ ਵੀ ਕੋਈ ਗੱਲ ਨਹੀਂ। ਇਹ ਹਾਕਮੇ ਦਾ ਲਾਣਾ ਤਾਂ ਸਾਲਾ ਹੈ ਹੀ ਕ੍ਰਿਤਕਣ, ਅਹਿਸਾਨ ਫਰਾਮੋਸ਼। ਕ੍ਰਿਤਕਣ? ਬਾਪੂ ਮੇਰਾ ਸਰੰਗੀ ਵਜਾਉਣ ਦਾ ਬੜਾ ਸ਼ੌਕੀਨ ਸੀ। ਅੱਛਾ। ਬਾਪੂ ਜਦੋਂ ਖੂਬ ਕੇ ਸਰੰਗੀ ਦੀ ਤਾਂਗ ਛੇੜਦਾ ਸੀ ਨਾ, ਦਰਖਤਾਂ ਦੇ ਪੱਤੇ ਵੀ ਹੰਝੂ ਗਿਰਨ ਲੱਗ ਪੈਂਦੇ ਸੀ। ਇੱਕ ਵਾਰ ਬਾਪੂ ਨੇ ਕਿਸੇ ਪੀਰ ਦੀ ਮਜ਼ਾਰ ਤੇ ਸਰੰਗੀ ਵਜਾਈ ਤਾਂ ਇੱਕ ਬਹੁਤ ਵੱਡੇ ਜ਼ਿਮੀਂਦਾਰ ਨੇ ਖੁਸ਼ ਹੋ ਕੇ ਬਾਪੂ ਨੂੰ ਸੱਜਰ ਸੂਈ 5 ਕਲਿਆਣੀ ਝੋਟੀ ਇਨਾਮ 'ਚ ਦੇਤੀ। ਝੋਟੀ ਦੇ ਮਗਰ ਇੱਕ ਬੜਾ ਸੋਹਣਾ ਕੱਟਾ ਸੀ, ਮੱਥੇ ਤੇ ਉਹਦੇ ਚਿੱਟਾ ਟਿੱਕਾ। ਬੇਬੇ ਅੰਦਰ ਬਾਹਰ ਜਾਂਦੀ ਤਾਂ ਕੱਟੇ ਦਾ ਮੱਥਾ ਚੁੰਮਦੀ ਨਹੀਂ ਸੀ ਥੱਕਦੀ। ਬਾਪੂ ਉਦੋਂ ਹਾਕਮ ਦੇ ਪਿਓ ਨਾਲ ਸੀਰੀ ਰਲਿਆ ਸੀ। ਹਾਕਮ ਦੇ ਪਿਓ ਦੇ ਔਲਾਦ ਨਹੀਂ ਸੀਗੀ। ਕਿਸੇ ਸਾਧ ਨੇ ਦੱਸ ਪਾਈ ਕਿ ਜੇ ਤੁਸੀਂ ਚਿੱਟੇ ਟਿੱਕੇ ਵਾਲੇ ਕੱਟੇ ਦੀ ਬਲੀ ਦਿਓ ਤਾਂ ਤੁਹਾਡੇ ਔਲਾਦ ਹੋ ਸਕਦੀ ਹੈ। ਬਸ ਫੇਰ ਕੀ ਸੀ, ਹਾਕਮ ਦਾ ਪਿਓ ਤਾਂ ਬਾਪੂ ਦੇ ਮਿਹਨਤ ਤਰਲਿਆਂ ਤੇ ਉਤਰ ਆਇਆ। ਆਖੇ ਜਿਉਣ ਜੋਗਿਆ, ਇਹ ਤਾਂ ਜਾਨਵਰ ਹੈ, ਇਹਦਾ ਕੀ ਹੈ? ਦੇਖ, ਤੇਰੇ ਕਰਕੇ ਮੇਰੀ ਜੜ ਲੱਗ ਜੂ, ਮਨਾ ਨਾ ਕਰੀ। ਬੇਬੇ ਦੇ ਲੱਖ ਮਨਾ ਕਰਨ ਦੇ ਬਾਵਜੂਦ ਵੀ ਬਾਪੂ ਨੇ ਕੱਟੇ ਦਾ ਰੱਸਾ ਖੋਲ ਕੇ ਹਾਕਮ ਦੇ ਪਿਓ ਨੂੰ ਫੜਾ ਦਿੱਤਾ। ਮੈਂ ਤਾਂ ਕਰਮੀ ਉਦੋਂ ਮਸਾਂ 1.5 ਸਾਲ ਦਾ ਸੀ, ਪਰ ਬੇਬੇ ਦੱਸਦੀ ਸੀ ਕੱਟੇ ਦੇ ਜਾਣ ਤੋਂ ਬਾਅਦ ਮੱਝ ਨੇ ਡਿੰਗ ਡਿੰਗ ਕੇ ਸਾਰਾ ਘਰ ਪੱਟ ਦਿੱਤਾ ਸੀ। ਮੱਝ ਸਾਰਾ ਦਿਨ ਦਰਵਾਜ਼ੇ ਵੱਲ ਝਾਕਦੀ ਰਹਿੰਦੀ ਸੀ। ਉਦੋਂ ਤੋਂ ਬਾਅਦ ਉਹਨੇ ਕਿਸੇ ਨੂੰ ਥਣ ਨੂੰ ਹੱਥ ਨਹੀਂ ਲਾਉਣ ਦਿੱਤਾ ਤੇ ਨਾ ਮੁੜ ਕੇ ਨਵੇਂ ਦੁੱਧ ਹੋਏ। ਬੇਬੇ ਦੀਆਂ ਰੋ ਰੋ ਕੇ ਅੱਖਾਂ ਸੁੱਜ ਗਈਆਂ। ਬੇਬੇ ਸਾਰਾ ਦਿਨ ਬੁੜਬੁੜ ਕਰਦੀ ਰਹਿੰਦੀ, ਬਾਪੂ ਨੂੰ ਗਾਲਾਂ ਕੱਢਦੀ ਰਹਿੰਦੀ ਜਿਵੇਂ ਉਹਦਾ ਦਿਮਾਗ ਹਿੱਲ ਗਿਆ ਹੋਵੇ। ਤੇ ਇੱਕ ਦਿਨ ਪਤਾ ਨਹੀਂ ਬੇਬੇ ਨੂੰ ਕੀ ਸੁੱਝੀ, ਉਹਨੇ ਬਾਪੂ ਦੀ ਸਰੰਗੀ ਚੱਕ ਕੇ ਭਗਾ ਕੇ ਪੇੜੇ 'ਚ ਮਾਰੀ। ਬਾਪੂ ਬੋਲਿਆ ਤਾਂ ਕੁਛ ਨਹੀਂ, ਪਰ ਸੁੰਨੀ ਹੋ ਗਿਆ। ਕਰਮੀ ਹੈ, ਕੱਟੇ ਦੇ ਪਾਪ ਕਰਕੇ ਸ਼ਾਇਦ ਆਪਣੇ ਵੀ ਕੋਈ ਔਲਾਦ ਨਹੀਂ। ਬਾਪੂ ਦੀ ਗੱਲ ਦਾ ਭਾਰ ਮੇਰੇ ਮਨ ਤੇ ਰਹਿੰਦਾ ਹੈ। ਇੰਨੀ ਵੱਡੀ ਗੱਲ ਤੂੰ ਮੈਨੂੰ ਪਹਿਲਾਂ ਕਦੀ ਨਹੀਂ ਦੱਸੀ। ਦੱਸੀ ਤਾਂ ਨਹੀਂ, ਪਰ ਮੇਰੇ ਮਨ ਤੇ ਬੋਝ ਹਮੇਸ਼ਾ ਰਹਿੰਦਾ ਹੈ ਕਰਮੀਏ। ਹਮੇਸ਼ਾ ਰਹਿੰਦਾ। ਸੁਣ, ਤੂੰ ਏਦਾਂ ਕਰ, ਉਹ ਤੇਰੀ ਭੂਆ ਦਾ ਮੁੰਡਾ ਹੈ ਨਾ, ਵੱਡਾ ਅਫਸਰ ਹੈ ਨਾ, ਉਹਦੇ ਵੱਲ ਗੇੜਾ ਮਾਰ ਕੇ ਆ। ਕੀ ਪਤਾ ਉਹ ਸਾਨੂੰ ਕਿਤੋਂ ਕਰਜ਼ਾ ਕੁਰਜ਼ਾ ਦਵਾ ਦੇਵੇ। ਚੰਗਾ, ਸਵੇਰੇ ਗੇੜਾ ਮਾਰੂ ਉਹਦੇ ਵੱਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੈਂ ਹੀਰਾ ਸਾਹਿਬ ਨੂੰ ਮਿਲਣਾ ਜੀ। ਤੁਸੀਂ? ਮੈਂ ਕੀਪਾ ਭੁੰਦੜੀ ਤੋਂ, ਉਹ ਮੇਰੀ ਭੂਆ ਦਾ ਮੁੰਡਾ ਜੀ। ਤੁਸੀਂ ਇੱਥੇ ਰੁਕੋ, ਮੈਂ ਸਾਹਿਬ ਨੂੰ ਪੁੱਛ ਕੇ ਆਉਣਾ। ਹੋਰ ਕਿੰਨਾ ਕੁ ਟਾਈਮ ਲਾਉਂਗੇ ਪੱਗ ਬੰਨਣ ਨੂੰ? ਪਹਿਲਾਂ ਹੀ ਸ਼ਾਪਿੰਗ ਲਈ ਇੰਨਾ ਲੇਟ ਹੋਏ ਪਏ ਆ। ਬਸ 2 ਮਿੰਟ ਹੋਰ ਹੋ ਗਿਆ। ਕਿੰਨਾ ਟਾਈਮ ਲਾਤਾ। ਆ ਦੇਖਿਓ ਕੌਣ ਆ ਬਾਹਰ। ਮੈਂ ਦੇਖਦੀ ਆ, ਪਰ ਪਲੀਜ਼ ਤੁਸੀਂ ਜਲਦੀ ਕਰੋ। ਹੋ ਗਿਆ ਯਾਰ।
हाँ बोलो। मैडम जी बाहर कोई भूंदड़ी तो कीपा आया, वो कहंदा मैं साहब दी भूआ दा मुंडा है, मिलना है। ਤੁਸੀਂ ਜਾ ਕੇ ਉਹਨਾਂ ਨੂੰ ਮਨਾ ਕਰ ਦਿਓ, ਕਹਿ ਦਿਓ ਕਿ ਸਾਹਿਬ ਹੈ ਨਹੀਂ ਘਰ, ਆਫਿਸ ਗਏ ਨੇ, ਉੱਥੇ ਹੀ ਜਾ ਕੇ ਮਿਲ ਲੈਣ। ਚੰਗਾ ਜੀ। ਕੌਣ ਸੀ? ਪਤਾ ਨਹੀਂ, ਕੋਈ ਕੀਪਾ ਸੀ, ਪਰ ਮੈਂ ਤਾਂ ਉਹਨੂੰ ਮਨਾ ਕਰਤਾ ਵੀ ਸਾਹਿਬ ਘਰੇ ਨਹੀਂ ਹੈਗੇ, ਆਫਿਸ 'ਚ ਨੇ। ਤੁਸੀਂ ਪਲੀਜ਼ ਜਲਦੀ ਕਰੋ, ਅੱਗੇ ਹੀ ਲੇਟ ਹੋਏ ਪਏ ਆ। ਇਹ ਕੀਪਾ ਕੌਣ ਹੈ ਭਲਾ? ਉਹ ਛੱਜੂ ਮਾਮੇ ਦਾ ਮੁੰਡਾ ਭੂੰਦੜੀ ਤੋਂ। ਨਾ ਹੁਣ ਇਹ ਛੱਜੂ ਮਾਮਾ ਕੌਣ ਹੈ? ਬੇਬੇ ਦੇ ਚਾਚੇ ਦਾ ਮੁੰਡਾ ਯਾਰ। ਦੇਖੋ ਜੀ, ਤੁਸੀਂ ਨਾ ਇਸ ਲਟਰਮ ਪਟਰਮ ਤੇ ਹੁਣ ਬਿਲਕੁਲ ਹੀ ਕਾਟਾ ਮਾਰ ਦਿਓ। ਸਾਡਾ ਇਹਨਾਂ ਨਾਲ ਹੁਣ ਕੋਈ ਸਬੰਧ ਨਹੀਂ ਹੈਗਾ। ਵੀਰ ਜੀ ਮੈਡਮ ਜੀ ਨੇ ਕਿਹਾ ਸਾਹਿਬ ਤਾਂ ਘਰੇ ਹੈ ਨਹੀਂਗੇ, ਉਹਨਾਂ ਨੂੰ ਦਫ਼ਤਰ 'ਚ ਹੀ ਮਿਲ ਲਿਓ ਤੁਸੀਂ। ਹੈ? ਦਫ਼ਤਰ 'ਚ ਹੀ ਮਿਲ ਲਿਓ ਉਹਨਾਂ ਨੂੰ। ਅੱਛਾ ਹਾਂਜੀ ਚਲ ਠੀਕ ਹੈ ਜੀ। ਦਫ਼ਤਰ 'ਚ ਹੀ ਦੇਖਦਾ। ਬਾਈ ਜੀ ਐਸਡੀਐਮ ਦਫ਼ਤਰ ਕਿੱਧਰ ਆ ਭਲਾ? ਗਾਂ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਈ। ਮੈਂ ਵੱਡੇ ਸਾਹਿਬ ਨੂੰ ਮਿਲਣਾ ਸੀਗਾ ਜੀ। ਸਾਹਿਬ ਤਾਂ ਛੁੱਟੀ ਤੇ ਨੇ। ਛੁੱਟੀ ਤੇ ਨੇ? ਹਾਂ। ਅੱਛਾ ਕੀ ਹੋਇਆ? ਬਣਿਆ ਕੰਮ? ਬਣਨਾ ਕੀ ਆ, ਸਾਰੇ ਥਾਵਾਂ ਤੇ ਕੁੱਤੇ ਭਕਾਈ ਕਰਾ ਕੇ ਆ ਗਿਆ। ਮਾੜੇ ਟਾਈਮ ਤੇ ਤਾਂ ਸਾਲਾ ਗਰੀਬ ਦਾ ਕੋਈ ਰਿਸ਼ਤੇਦਾਰ ਵੀ ਨਹੀਂ ਖੜਦਾ, ਸਭ ਕਰਜ਼ਾਂ ਦੇ ਹੀ ਨੇ। ਮਾਰਦਾ ਸਵੇਰੇ ਅੜਤੀਏ ਕੋਲ ਕਿਹੜਾ। ਪਿੰਡ ਵਾਲਾ ਸਰਪੰਚ ਕਹਿੰਦਾ ਹੱਡਾ ਰੋਡ ਦੀ ਬੋਲੀ ਕਰਨੀ ਹੈ ਇਤਕੀ। 45,000 ਰੁਪਇਆ ਮੰਗਦਾ ਮੇਰੇ ਤੋਂ ਸਾਲ ਦਾ। ਤੂੰ ਫਿਰ ਐਤਕੀ ਉਹਨੂੰ ਵੋਟ ਨਹੀਂ ਪਾਈ ਹੋਣੀ? ਮੇਰੀ ਮਰਜ਼ੀ ਹੈ ਜੀ, ਮੈਂ ਕਿਸੇ ਨੂੰ ਵੋਟ ਪਾਵਾਂ ਨਾ ਪਾਵਾਂ, ਇਹ ਧੱਕਾ ਥੋੜਾ। ਤੂੰ ਕੀ ਸਮਝਦਾ ਵੀ ਅਗਲਾ ਹੁਣ ਤੈਨੂੰ ਚੁੱਲ੍ਹੇ ਨਿਉਂਤ ਭੇਜੂ? ਬਈ ਆ ਕੀ ਪਿਆ, ਕੋਠੀ ਆ ਕੇ ਚਾਹ ਪਕੌੜੇ ਖਾ ਜਾ। ਬਈ ਧੱਕਾ ਤਾਂ ਹੁਣ ਉਹ ਕਰੂ ਕਰ ਲਵੇ ਜ਼ੋਰ ਆਉਦਾ। ਤੂੰ ਐਂ ਕਰ, ਵੱਧ ਤੋਂ ਵੱਧ ਖੱਲਾ ਲੈ ਕੇ ਆ, ਛੋਟੇ ਕੱਟੂਆਂ ਦੀ ਬਹੁਤ ਡਿਮਾਂਡ ਹੈ। ਪਰ ਮੈਂ ਹੁਣ ਲੋਕਾਂ ਦੇ ਪਸ਼ੂਆਂ ਨੂੰ ਜ਼ਹਿਰ ਦਾ ਟੀਕਾ ਤਾਂ ਨਹੀਂ ਲਾ ਸਕਦਾ। ਬਈ ਇਹ ਹੱਕ ਤਾਂ ਹੁਣ ਕੀ ਪਿਆ, ਤੈਨੂੰ ਚੱਬਣਾ ਹੀ ਪਊ। ਤੁਹਾਨੂੰ ਤਾਂ ਪਤਾ ਹੀ ਹੈ ਜੀ, ਮੈਂ ਇਹ ਕੰਮ ਨਹੀਂ ਕਰ ਸਕਦਾ। ਮੈਂ ਤਾਂ ਤੁਹਾਡੇ ਕੋਲੇ ਹੀ ਆਸ ਲੈ ਕੇ ਆਇਆ। ਕੀ ਪਿਆ ਹੁਣ ਕੰਮਾਂ ਕਾਰਾਂ ਦਾ ਤਾਂ ਤੈਨੂੰ ਪਤਾ ਹੀ ਹੈ ਕਿਹੋ ਜਿਹੇ ਹੈ। ਸਾਰਾ ਦਿਨ ਇੱਥੇ ਬਹਿ ਕੇ ਵੀ ਚਾਹ ਦਾ ਖਰਚਾ ਮਸਾਂ ਨਿਕਲਦਾ। ਪਰ ਹੁਣ ਤੂੰ ਪੁਰਾਣਾ ਬੰਦਾ ਆਪਣਾ, ਤੈਨੂੰ ਨਾ ਵੀ ਨਹੀਂ ਕਰ ਸਕਦੇ। ਆ 10,000 ਰੁਪਇਆ ਮੈਂ ਕਿਸੇ ਤੋਂ ਲਿਆ ਸੀ ਜ਼ਰੂਰੀ ਕੰਮ ਲਈ, ਇਹ ਤੂੰ ਲੈ ਜਾ, ਮੈਂ ਆਪੇ ਸਾਰੂ। ਕੀ ਗੱਲ ਅੱਜ ਉੱਠਣਾ ਨਹੀਂ? ਮੇਰਾ ਚਿੱਤ ਨਹੀਂ ਰਾਜੀ। ਤੂੰ ਤਾਂ ਐਵੇਂ ਹੌਸਲਾ ਜਿਹਾ ਛੱਡ ਦਿੱਤਾ। ਚੱਲ ਉੱਠ, ਮੈਂ ਚਾਹ ਬਣਾਉਣੀ ਆ, ਉੱਠ। ਤੂੰ ਪੀਣੀ ਆ ਤਾਂ ਪੀ ਲੈ, ਮੈਂ ਨਹੀਂ ਪੀਣੀ। ਕਾਹਨੂੰ ਇੰਨਾ ਮਹਿਸੂਸ ਗਿਆ? ਆ ਲੈ, ਮੇਰਾ ਵੀ ਹਿੱਸਾ ਪਾ ਲੈ, 12,000 ਹੈ। ਇਹ ਕਿੱਥੋਂ ਲਿਆਈਆਂ? ਕਿਤੋਂ ਵੀ ਲਿਆਈ ਹੋਵਾਂ, ਲੈ ਰੱਖ। ਮੈਂ ਤੈਨੂੰ ਪੁੱਛਦਾ ਕਿੱਥੋਂ ਲਿਆਈਆਂ? ਇੰਨਾ ਤੱਤਾ ਹੋਣ ਦੀ ਲੋੜ ਨਹੀਂ, ਆਪਣੀਆਂ ਬਾੜੀਆਂ ਵੇਚ ਦਿੱਤੀਆਂ ਮੈਂ।
ਤੈਨੂੰ ਬਾਲੀਆਂ ਵੇਚਣ ਨੂੰ ਕਿਹਨੇ ਕਿਹਾ ਸੀ? ਕਿਤੋਂ ਪੁੱਛ ਕੇ ਵੇਚ ਗਿਆ? ਮੈਂ ਮਰਦਾ ਨਹੀਂ ਗਿਆ ਸੀ। ਤੈਨੂੰ ਪੁੱਛਦੀ ਤਾਂ ਵੇਚਣ ਦੇਣੀਆਂ ਸੀ ਤੂੰ। ਨਾਲੇ ਮੇਰਾ ਕਿਹੜਾ ਜੀ ਕਰਦਾ ਸੀ ਵੇਚਣ ਨੂੰ। ਮੇਰੀ ਮਾਂ ਦੀ ਆਖਰੀ ਨਿਸ਼ਾਨੀ ਸੀ। ਸੁਨਿਆਰਾ ਤਾਂ ਜਿਵੇਂ ਮੇਰੇ ਕਾਲਜੇ ਦਾ ਰੁੱਗ ਭਰ ਕੇ ਲੈ ਗਿਆ। ਚੱਲ ਛੱਡ ਤੂੰ ਬਾਲੀਆਂ ਨੂੰ। ਬਾਲੀਆਂ ਦਾ ਕੀ ਹੈ? ਬਾਲੀਆਂ ਫਿਰ ਬਣ ਜਾਣਗੀਆਂ, ਹੈਨਾ? ਹੁਣ ਤੂੰ ਇਹ ਸੋਚ ਕੇ ਕਰਨਾ ਕੀ ਹੈ। ਕਰਨਾ ਕੀ ਆ? ਮੇਰਾ ਵੀ ਹਿਸਾਬ ਪਾ ਲਓ ਵਿੱਚ। ਆ ਤੂੰ ਕਿੱਥੋਂ ਲਿਆ? ਕਿੰਨੇ ਹੈ? 5000 ਕਿ ਯਾਰ ਬੇਲੀ ਤੋਂ ਫੜੇ ਆ। ਸਰਪੰਚ ਦਾ ਮੱਥਾ ਤਾਂ ਡਮੀ ਹੈ। ਅੱਗੇ ਦੀ ਫੇਰ ਵੇਖੀ ਜਾਓ। 10 ਮੇਰਾ, 12 ਕਰਮੀ ਦਾ ਤੇ 5000 ਤੇਰਾ। ਭਾਈ ਤੇ 5 27,000। 45 ਤਾਂ ਫੇਰ ਵੀ ਨਹੀਂ ਹੋਇਆ ਯਾਰ। ਲੈ ਮਰ ਜਾਣਾ ਰੁੱਟ ਜੇ ਹਾਕਮ। 45,000 ਲਈ ਹੁਣ ਕਿੱਥੇ ਡਾਕਾ ਮਾਰੀਏ? ਇੰਨੀਆਂ ਤਾਂ ਠੀਕਰੀਆਂ ਵੀ ਨਹੀਂ ਇਕੱਠੀਆਂ ਹੁੰਦੀਆਂ। ਰੁੱਟ ਜਾਣਾ ਨਾ ਹੋਵੇ ਤਾਂ। ਵੀਰੇ ਕੀ ਕਰਨਾ ਫਿਰ? ਆ ਓਏ ਕੀ ਪਿਆ? ਤੂੰ ਤਾਂ ਘਰ ਹੀ ਭੁਲਾਤਾ ਯਾਰ। ਸਤਿ ਸ਼੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਭੈਣੇ। ਕੀ ਗੱਲ ਬੜਾ ਮਸੋਸਿਆ ਜਿਹਾ ਲੱਗਦਾ? ਤੂੰ ਕਿਹੜਾ ਮੈਨੂੰ ਖੁਸ਼ ਲੱਗਦਾ ਯਾਰ? ਖੁਸ਼ ਹੁਣ ਕੀ ਪਿਆ, ਕੀ ਹੋਣਾ ਹੈ? ਕਰਮੇ ਦੇ ਜਾਣ ਤੋਂ ਬਾਅਦ ਮੇਰਾ ਤਾਂ ਕਿਸੇ ਕੰਮ ਦੇ ਵਿੱਚ ਉੱਕਾ ਮਨ ਨਹੀਂ ਲੱਗਦਾ। ਹਾਂ ਦੇਖ ਲੈ ਵੀਰੇ, ਕਿੰਨਾ ਮੋਹ ਕਰਦਾ ਸੀ ਤੇਰਾ ਕਰਮਾ। ਚਾਚਾ ਚਾਚਾ ਕਹਿੰਦੇ ਦਾ ਮੂੰਹ ਨਹੀਂ ਸੀ ਥੱਕਦਾ ਤੇ ਇੱਥੋਂ ਬੱਚਿਆਂ ਵਾਂਗੂ ਰਿਹਾੜ ਕਰਦਾ ਸੀ ਸਾਰੰਗੀ ਸੁਣਨ ਦੀ। ਪਤਾ ਨਹੀਂ ਉਹਨੂੰ ਇੰਨਾ ਚਾਹ ਕਿੱਥੋਂ ਚੜਦਾ ਸੀ ਸਰੰਗੀ ਸੁਣਨ ਦਾ। ਉਹਦੀ ਉਮਰ ਦੇ ਜਵਾਕ ਤਾਂ ਹੋਰ ਹੀ ਟਲ ਪਟਲ ਸੁਣਦੇ ਆ। ਦਾਤੇ ਨੇ ਪਤਾ ਨਹੀਂ ਸਾਡੇ ਤੋਂ ਕਿਹੜੇ ਜਨਮਾਂ ਦਾ ਬਦਲਾ ਲਿਆ। ਐਡੇ ਮਾੜੇ ਕਰਮ ਕਰੇ ਸੀ ਅਸੀਂ। ਮੈਂ ਪਾਣੀ ਲਿਆਉਣੀ ਆ ਵੀਰ। ਕੀ ਪਿਆ? ਕਰਮਾ ਤਾਂ ਆਪਣਾ ਹਿਸਾਬ ਦਾ ਮਾਸਟਰ ਬਣਿਆ ਪਿਆ ਸੀ। ਬਸ ਇਹ 5 ਤੇ 1 ਦਾ ਪਹਾੜਾ ਹੀ ਉਹਨੂੰ ਭਾਰੀ ਪੈ ਗਿਆ। ਅਖੇ ਨਵੇਂ 5 ਨਸ਼ੇ ਤੇ ਲਗਾਓ ਤੇ ਪੁਰਾਣੇ 1 ਨੂੰ ਚਿੱਟਾ ਫ੍ਰੀ। ਪਤਾ ਨਹੀਂ ਕਿੰਨੇ ਕਰਮੇ ਇਸ 5-1 ਦੇ ਪਹਾੜੇ ਦੇ ਸ਼ਿਕਾਰ ਹੋਏ ਆ ਯਾਰ। ਜੇ ਸੱਚ ਪੁੱਛੇ ਤਾਂ ਮੇਰਾ ਹੁਣ ਤੇਰੇ ਘਰ ਆਉਣ ਨੂੰ ਯਾਰ ਜਮਾਂ ਹੀ ਜੀ ਨਹੀਂ ਕਰਦਾ। ਤੂੰ ਆਏ ਕਿਉਂ ਆਖਦਾ ਯਾਰ? ਹੋਰ ਤਾਂ ਸਭ ਸੁੱਖ ਹੈ ਨਾ? ਸਰਪੰਚ ਨੇ ਐਤਕੀ ਹੱਡਾ ਰੋੜੀ ਦੀ ਬੋਲੀ ਰੱਖਤੀ। ਅੱਛਾ? ਕਹਿੰਦਾ 45,000 ਰੁਪਇਆ ਜਮ੍ਹਾਂ ਕਰਾਓ। ਮੈਂ ਧੱਕੇ ਧੁੱਕੇ ਖਾ ਕੇ 27,000 ਰੁਪਇਆ ਤਾਂ ਇਕੱਠਾ ਕੀਤਾ। ਆੜਤੀ ਤੋਂ ਵੀ ਲੈ ਕੇ ਆਇਆ 10,000। 15-18,000 ਹਾਲੇ ਵੀ ਥੁੜਦਾ। ਤੋਂ ਮੇਵੀ ਦੇ ਘਰ ਵਾਲੇ ਦੇ ਵੀ ਜਵਾਕ ਹੋਣ ਵਾਲਾ। ਓਏ ਮੈਂ ਹਾਲੇ ਜਿਉਂਦਾ। ਤੂੰ ਮੇਰੇ ਕੋਲੇ ਕਿਉਂ ਨਾ ਆਇਆ ਪਹਿਲਾਂ? ਤੇਰਾ ਤਾਂ ਯਾਰ 3,000 ਮੈਂ ਪਹਿਲਾਂ ਵੀ ਦੇਣਾ। ਵੀਰੇ ਪੈਸਿਆਂ ਦਾ ਅਸੀਂ ਕੀ ਕਰਨਾ ਹੁਣ? ਮੈਂ ਥੋੜੇ ਬਹੁਤੇ ਪੈਸੇ ਕਰਮੇ ਦੇ ਇਲਾਜ ਦੇ ਲਈ ਬੈਂਕ ਵਿੱਚ ਜਮ੍ਹਾਂ ਕਰਾਏ ਸੀ, ਪਰ ਕਰਮਾ ਤਾਂ ਇਲਾਜ ਖੁਣੋਂ ਹੀ ਤੁਰ ਗਿਆ। ਉਹ ਪੈਸੇ ਤੂੰ ਲੈ ਲੈ, ਤੇਰੇ ਕੰਮ ਆ ਜਾਣਗੇ।
ਆਰ ਯੂ ਸੀਰੀਅਸ ਸਿਮਰਨ? ਡੈਡ ਦੀ ਨੀਚੇ ਪ੍ਰੈਕਟਿਸ ਛੱਡ ਕੇ ਤੂੰ ਪਿੰਡ ਜਾ ਕੇ ਕਰਨਾ ਕੀ ਹੈ? ਜਸ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੈਂ ਕਿਸੇ ਦੀ ਪ੍ਰੈਕਟਿਸ ਤੇ ਕੇਕ ਵਾਕ ਨਹੀਂ ਕਰ ਸਕਦੀ। ਮੈਂ ਹੁਣ ਤੱਕ ਜੋ ਵੀ ਕੀਤਾ ਨੀਡੀ ਲੋਕਾਂ ਤੱਕ ਪਹੁੰਚਣ ਲਈ ਕੀਤਾ, ਇਵਨ ਮੇਰੀ ਵੈਟਨਰੀ ਕੁਆਲੀਫਿਕੇਸ਼ਨ। ਬਟ ਫਿਰ ਵੀ ਜੇ ਤੈਨੂੰ ਮੇਰਾ ਪਿੰਡ 'ਚ ਜੌਬ ਕਰਨਾ ਪਸੰਦ ਨਹੀਂ, ਦੈਨ ਇਟਸ ਓਕੇ ਵਿਦ ਮੀ। ਸਿਮਰਨ ਤੂੰ ਇੰਨੀ ਬੇਦਿਲੀ ਨਾਲ ਕਿਉਂ ਪੇਸ਼ ਆ ਰਹੀ ਹੈ? ਆਪਣੇ 4 ਸਾਲ ਦੇ ਰਿਲੇਸ਼ਨ ਨੂੰ ਤੂੰ ਕਿਹੜੇ ਸਮਾਜ ਲਈ ਖਤਮ ਕਰਨਾ ਚਾਹੁੰਦੀ ਹੈ? ਉਹ ਸਮਾਜ ਜਿਹੜਾ ਆਪਣੇ ਇਰਦ ਗਿਰਦ ਐਗਜ਼ਿਸਟ ਹੀ ਨਹੀਂ ਕਰਦਾ। ਉਹ ਸਮਾਜ ਜਿਹਨੂੰ BPL ਦਾ ਨਾਮ ਦੇ ਕੇ ਪ੍ਰਤੀ ਦਿਨ 32 ਰੁਪਏ ਦੇ ਹਿਸਾਬ ਨਾਲ ਸਰਕਾਰ ਉਹਨਾਂ ਦਾ ਫਿਊਚਰ ਤੈਅ ਕਰਦੀ ਹੈ। ਇਹ ਗੱਲਾਂ ਹੋਰ ਕੌਣ ਸੋਚੂਗਾ? ਸਿਮਰਨ ਤੈਨੂੰ ਪਤਾ ਮੈਂ ਡੈਡ ਦੇ ਖਿਲਾਫ ਨਹੀਂ ਜਾ ਸਕਦਾ। ਯੂ ਨੋ ਦੈਟ। ਸੇਮ ਇਜ਼ ਵਿਦ ਮੀ। ਮੈਂ ਵੀ ਆਪਣੇ ਡੈਡ ਦਾ ਸੁਪਨਾ ਪੂਰਾ ਕਰਨਾ ਚਾਹੁੰਦੀ ਹਾਂ। शुभ शुभ कुड़िए, बाबिया दे दर ते आ गई, मुंडा ही होऊ। धन बाबा जी। मस्त रह कुड़िए। तैनू ते तेरियां भैणां नू बाबिया ने आशीर्वाद दिता। ते सुन, बच्चा दादके घर पैदा होना चाहिए, नहीं तो अनर्थ हो जू। जो हुक्म बाबा जी। डिस्पेंसरी लभण विच कोई मुश्किल तो नहीं आई मैडम? नहीं जी नहीं, सिंपल पानी नहीं है? हैगा है जी। आ लो जी। थैंक यू। एक कोल्ड ड्रिंक कौन लेके आया? जी मैडम, कल सरपंच साहब के घर पार्टी सी ना, उथों आए ने जी। अच्छा, तुसी एक काम करो जी, पैसे लो, नवी बोतल लो ते सरपंच साहब दे घर पहुंचा दियो। पर मैडम ਇਹਦੇ ਵਿੱਚ ਇੰਨੀ ਖਿੱਚਲ ਵਾਲੀ ਭਲਾ ਕਿਹੜੀ ਗੱਲ ਆ? नहीं नहीं, जिवें ਤੁਹਾਨੂੰ ਕਿਹਾ ਉਵੇਂ ਹੀ ਕਰੋ। एक गल होर, तुसी ना गुरुद्वारा साहब जाके अनाउंसमेंट करवा दियो कि सोमवार तो शनिवार तक 9 बजे तो 3 बजे तक वैटनरी दे डॉक्टर डिस्पेंसरी च मिलणगे। ठीक है जी? की गल समझ नहीं आया? जी जा रहा मैडम। मैं भी आ गया पुत, आजा रोटी सत श्री अकाल भैने। सत श्री अकाल पुत, तू सब सुख शांत है? मैं तो आ गई भैने। चल कोई गल नहीं पुत, तेरा अपना घर है, हैं? आजा, ठीक है तू? हाँ भैने। हाँ, ਇਹਦੇ ਨਾਲ ਕੁੜੀ ਕੌਣ ਆ ਫੋਟੋ 'ਚ? 60 ਤੇ 10 ਉਹ 70 ਤੇ ਪੰਜੀਰੀ ਲਈ ਆਟਾ ਤਾਂ ਘਰੋਂ ਹੀ ਹੋ ਜਾਊਗਾ, ਤੇ खंड हो गई, ते बादाम ते सौगी ते गूंद घर हैगा थोड़ा, ते देसी घ्यो सरदारनी है नहीं घर, ते मैं ज्योति नूं पुछ के ले लेनी है। मैं थोड़ी आईडी देख रही सी फेसबुक ते। आ कुड़ी कौन है ਤੁਹਾਡੇ ਨਾਲ? ਉਹਦਾ ਜਸ ਫਰੈਂਡ ਆ। ਕੋਈ ਹੋਰ ਗੱਲਬਾਤ ਤਾਂ ਨਹੀਂ? ਉਹ ਨਹੀਂ ਸੱਚੀ? ਹੋ ਪੱਕਾ, ਆਪਾਂ ਤਾਂ ਕਿਸੇ ਹੋਰ ਵੱਲ ਝਾਕੀਦਾ ਹੀ ਨਹੀਂ। ਦੇਖਣ ਨੂੰ ਤਾਂ ਚੜੇਲ ਜੀ ਲੱਗਦੀ ਆ, ਮੈਥੋਂ ਸੋਹਣੀ ਤਾਂ ਨਹੀਂ। ਜੋਤੀ ਆਹੋ ਐਵੇਂ ਹੀ ਆ। ਸ਼ੁਨਾ ਤੁਸੀਂ ਹੋਲਡ ਰੱਖੋ, ਮੈਂ ਬਾਅਦ ਚੋਂ ਗੱਲ ਕਰਦੀ ਆ।
ਪੁੱਤ ਮੇਵੀ ਦੀ ਬੋਟੀ ਦੇ ਨਾ ਜਵਾਕ ਹੋਣ ਵਾਲਾ ਆ ਤੇ ਮੈਨੂੰ 2 ਚਮਚੇ ਦੇਸੀ ਘਿਓ ਦੇ ਚਾਹੀਦੇ ਸੀ ਪੰਜੀਰੀ ਬਣਾਉਣ ਨੂੰ। ਹਾਂਜੀ ਤੁਸੀਂ ਲੈ ਲਓ। ਨਹੀਂ ਤੂੰ ਆਪ ਦੇ ਦੇ ਮੈਨੂੰ। ਮੈਂ ਕਾਲਜ ਵਿੱਚ ਅਸਾਈਨਮੈਂਟ ਦਿਖਾਉਣੀ ਆ, ਬਹੁਤ ਜ਼ਰੂਰੀ ਆ, ਤੁਸੀਂ ਆਪ ਹੀ ਲੈ ਲਓ। ਪੁੱਤ ਤੂੰ ਆਪ ਦੇ ਦਿੰਦੀ ਤਾਂ। ਮੇਰਾ ਇਹ ਕੰਮ ਕਰਨਾ ਬਹੁਤ ਜ਼ਰੂਰੀ ਹੈ, ਤੁਸੀਂ ਖੁਦ ਹੀ ਲੈ ਲਓ। ਚਲ ਚੰਗਾ। हाँ शोना बोलो। सत श्री अकाल बीबी जी। आ की है जी मैं 2 चमचे घ्यो लिया सी। देसी घ्यो कितों पुछ के लिया सी ना? हुण तू चोरियां भी करनी शुरू करती है? नहीं चोरी नहीं की, मैं जोती तो पुछ के लिया। ना जोती का रसोई च रोटियां पकाउंदी है जिन्हें पुछ पुछ के तू हुण चीजां ले जानियां शुरू करती है। ए देसी घ्यो है, देसी घ्यो, डालडा नहीं हैगा। साडे घरे टकसाल नहीं लगी हुई, तेरे वर्गियां तां हत्थां नूं 10 मिल जाणगे 10। अच्छा मैं रख दिन्नी ना तेनू पता भी है देसी घ्यो दे भाव की ने? जवाकड़ी तां तू हुण है नहीं। चल ले जा हुण, सवेरे साजरे आ जी, ढेर लग्या पिया कपड़ियां दा। समझदे की नहीं खानी अपने आप नूं, यही नहीं मानदे जी गलियां करन नूं जांदे ने, जेहड़ी चीज देखो इन्हां दी अपनी होगी। मेरी खंघ की दवाई पई सी इत्थे, करमी नूं पुछदा। करमीए, ओ करमीए, ओ मेरी खंघ वाली दवाई पई सी कित्थे रखती हो? शीशी तू सारी पी गई? सारी सारी पी ली, मैनू खंघ होई सी। ਵੱਡੀ ਸਰਦਾਰਨੀ ਮੈਨੂੰ ਕਹਿੰਦੀ ਮੈਂ ਚੋਰ ਵਾਂ, ਮੈਂ ਚੋਰ ਵਾਂ। ਮੈਂ ਵੀ ਦੀ ਬੋਟੀ ਲਈ 2 ਚਮਚ ਘਿਓ ਲਿਆ ਸੀ, ਕੁੜੀ ਤੋਂ ਪੁੱਛ ਕੇ ਲਿਆ ਸੀ, ਮੈਨੂੰ ਕਹਿੰਦੀ ਮੈਂ ਚੋਰ ਵਾਂ। 10 ਸਾਲ ਹੋ ਗਏ ਮੈਨੂੰ ਉਹਦੇ ਘਰ ਕੰਮ ਕਰਦਿਆਂ, ਕਦੀ ਪੰਜੀ ਦੀ ਵੀ ਚੋਰੀ ਨਹੀਂ ਕੀਤੀ। ਮੈਨੂੰ ਕਹਿੰਦੀ ਤੂੰ ਚੋਰ ਵਾ। ਕੀ ਜ਼ਿੰਦਗੀ ਹੈ ਸਾਡੀ। ਮੈਂ ਵੀ ਤਾਂ ਜਵਾਕ ਹੋਊਗਾ ਨਾ, ਆਪਾਂ ਤਾਂ ਇਹ ਕੰਮ ਨਹੀਂ ਕਰਾਉਣਾ, ਆਪਾਂ ਤਾਂ ਇਹ ਕੰਮ ਨਹੀਂ ਕਰਾਉਣਾ। ਆਪਾਂ ਨਾ ਉਹਨੂੰ ਅਫਸਰ ਬਣਾਵਾਂਗੇ, ਆਪਾਂ ਨਾ ਉਹਨੂੰ ਅਫਸਰ ਬਣਾਵਾਂਗੇ, ਬਹੁਤ ਵੱਡਾ ਅਫਸਰ।
ਭੱਜ ਕੇ ਮੇਲੋ ਤਾਈ ਨੂੰ ਸੱਦ ਕੇ ਲਿਆ। ਅੱਛਾ ਹਰਮਨ ਪੁੱਤ ਆਈ। ਹਾਂ ਤਾਈ। ਹਾਂ ਪੁੱਤ ਭੱਜ ਕੇ ਜਾ, ਮੰਮੀ ਨੂੰ ਕਹਿ ਮੈਂ ਵੀ ਚਾਚੇ ਨੂੰ ਫੋਨ ਕਰਾ ਦੇ ਇੱਕ ਵਾਰੀ, ਚਾਚੀ ਢਿੱਲੀ ਹੋ ਗਈ, ਛੇਤੀ ਆ ਜਾਵੇ। ਚੰਗਾ ਤਾਈ। ਭੱਜ ਕੇ ਜਾ। हाँ अच्छा भाभी मैं आ गया। हाँ ਬੱਚੇ ਦਾ ਸਿਰ ਘੁੰਮ ਗਿਆ, ਪੈਰ ਮੂਰੇ ਆ ਗਏ, ਇਹਨੂੰ ਹਸਪਤਾਲ ਲੈ ਕੇ ਜਾਣਾ ਪਊ। ਕੋਈ ਚਿੰਤਾ ਦੀ ਗੱਲ ਤਾਂ ਨਹੀਂ? ਚਿੰਤਾ ਵਾਲੀ ਕੋਈ ਗੱਲ ਨਹੀਂ, ਨਾਲੇ ਅੱਜ ਕੱਲ ਹਸਪਤਾਲਾਂ 'ਚ ਹਰ ਚੀਜ਼ ਦਾ ਇਲਾਜ ਹੈ। ਗੱਲ ਸੁਣ, ਤੁਸੀਂ ਛੇਤੀ ਲੈ ਜਿਓ, ਦੇਰ ਨਾ ਕਰੋ। ਆਪਣੀ ਦਰਾਣੀ ਨੂੰ ਬਿਠਾ ਕੇ ਗੱਡੀ ਵਿੱਚ ਲੈ ਕੇ ਜਾਇਓ, ਚੰਗਾ? ਧਿਆਨ ਰੱਖਿਓ ਇਸ ਗੱਲ ਦਾ। चला हौसला रख पुत्र, बस हौसला बस आ गया, थोड़ी दूर। हाँ 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 बस 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 भैन जी देखियो जरा। हाँ जी पढ़ने के लिए बस उम्र इन्हां दी है जी 27 साल। बस 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 पुत्र बस। हाँ पहुंच गए हाँ बस बस बस। हाँ जी तुसी डिलीवरी का 100 रुपया पर्ची का जमा करवा के आओ पहले। आओ मेरे नाल, आ जाओ मेरे नाल, आ जाओ। हाँ जी लियाओ 8600 रुपया। जी ਅਸੀਂ ਗਰੀਬ ਬਹੁਤ ਹਾਂ ਜੀ, ਜੇ ਤੁਸੀਂ ਥੋੜੇ ਘੱਟ ਕਰ ਲਓ ਪੈਸੇ। ना तुसी मजाक बना के रखे होया हॉस्पिटल दा। पूरे 8600 रुपया जमा करवाओ फिर होगी डिलीवरी। एक बारी कहे तो समझ नहीं लगती थानू लोकां नू। हस्पताल आहे धर्मशाला नहीं हैगी। जाओ पूरा 8600 रुपया लेके आओ। समझ नहीं लगती इन्हां नू। निम्मे यार निम्मे पैसे बहुत मंगदे ਤਾਂ। ਕਿੰਨੇ ਮੰਗਦੇ ਆ? 8600 रुपया। ਕਿੰਨੇ ਕਾ ਤੇਰੇ ਕੋਲ? ਤੇਰੇ ਕੋਲ ਹੈਗੇ ਥੋੜੇ ਬਹੁਤ? ਮੈਂ ਦੇਖਦਾ ਯਾਰ। ਹਾਂ ਭਾਬੀ ਤੇਰੇ ਕੋਲ ਕਿੰਨੇ ਹੈ? 32 ਹੈ। ਆ 1500 ਹੈਗਾ ਮੇਰੇ ਕੋਲ। 1500? ਹੈਲੋ ਫੈਬਰਿਕ ਕਿੱਥੇ ਤੂੰ? ਮੈਂ ਤਾਂ ਵੀ ਮਾਲ ਸੁੱਟਣਾ ਆਇਆ ਸੀ ਆੜਤੀਏ ਕੋਲੇ, ਢਾਬੇ ਤੇ ਬੈਠਾ ਚਾਹ ਪੀਣਾ। ਅਸੀਂ ਤੇ ਇੱਥੇ ਹਸਪਤਾਲ ਆਏ ਆ, ਰੱਜੀ ਦੇ ਦਰਦਾਂ ਸ਼ੁਰੂ ਹੋ ਗਈਆਂ ਸੀ। ਸੌਖਾ ਵੀਰੇ ਵਧਾਈ ਹੋਵੇ, ਆਪਣੇ ਮੁੰਡਾ ਆਇਆ, ਕਾਕਾ ਆ। ਸੱਚੀ ਵਧਾਈ ਤੈਨੂੰ ਵੀ। ਤੂੰ ਆ ਜਾ ਯਾਰ, ਅਸੀਂ ਇੱਥੇ ਆ ਦੀਪ ਹਸਪਤਾਲ ਚ। ਤੂੰ ਛੇਤੀ ਆ ਜਾ ਵੀਰੇ। ਲੈ ਵੀ ਅੜੀ ਚਾਹ ਦੇ ਪੈਸੇ ਕੱਟ। ਐ ਕਰ ਜੀ ਓਏ, ਬਾਕੀ ਦੀਆਂ ਮੇਰੇ ਵੱਲੋਂ ਬਾਲੂ ਸ਼ਾਹੀਆਂ ਖਵਾਰੇ ਸਾਰਿਆਂ ਨੂੰ। ਓਏ ਮੁੰਡਾ ਹੋਇਆ ਆਪਣੇ ਮੁੰਡਾ ਬਾਈ, ਬਸ ਕਿਹੜਾ ਚੱਕ ਦੇਣੇ ਆ ਫੱਟੇ। ਚੰਗਾ ਓਏ, ਮੁੰਡਾ ਹੋਇਆ ਆਪਣੇ ਮੁੰਡਾ। ਕਿਵੇਂ ਆ ਮੁੰਡਾ? ਮੁੰਡੇ ਨੂੰ ਤਾਂ ਪੀਲੀਆ ਹੋ ਗਿਆ ਹੈ। ਨਰਸਾਂ ਕਹਿੰਦੀਆਂ 2200 ਰੁਪਇਆ ਜਮਾ ਕਰਾਓ ਤਾਂ ਮਸ਼ੀਨਾਂ 'ਚ ਰੱਖਾਂਗੇ। ਮੇਵੀ ਕਿੱਥੇ ਆ? ਮੇਵੀ ਅੰਦਰ ਹੀ ਹੈ। ਮੇਵੀ ਕੋਲ 4000 ਸੀ, ਉਹ ਉਹਨੇ ਪਹਿਲਾਂ ਹੀ ਜਮਾ ਕਰਾਤਾ। ਮੇਰੇ ਕੋਲ ਤਾਂ ਸਿਰਫ 500 ਆ। ਤੇਰੇ ਕੋਲ ਕਿੰਨੇ ਆ? ਮੇਰੇ ਕੋਲ ਤਾਂ 100 ਹੀ ਬਚਿਆ, ਬਾਕੀ ਮੈਂ ਜਮਾ ਕਰਾਤੇ ਪਹਿਲਾਂ ਹੀ। ਇਹ ਤਾਂ ਫੇਰ 600 ਆ। ਹੁਣ ਕੀ ਕਰੀਏ? ਬਲਕਾਰ ਵੀ ਹਜੂਰ ਸਾਹਿਬ ਗਿਆ। ਤੂੰ ਐ ਕਰ, ਆ 600 ਰੁਪਇਆ ਜਮਾ ਕਰ ਦੇ। ਹਾਂ। ਡਾਕਟਰ ਨੂੰ ਕਹੇ ਬੱਚੇ ਨੂੰ ਮਸ਼ੀਨ 'ਚ ਰੱਖੇ, ਮੈਂ ਹੋਰ ਪੈਸੇ ਲੈ ਕੇ ਆਉਣਾ। ਹਾਂ।
मैं आरती को गेड़ा मार के आना। अच्छा ठीक है, छेती आई है, छेती आई। भैन जी आ 600 रुपया जमा कर लो, बाकी लैन गए है, मुंडे नु मशीन च रख लो। आ 600 रुपया की हुंदा? पूरा 2200 रुपया लेके आओ, फिर रखांगे बच्चे नु मशीन च। ना पहला डिलीवरी दी फीस वेले भी तुसी ऐं कीता, मजाक बना के रखिया तुसी हॉस्पिटल दा। जाओ 2200 रुपया लेके आओ पहला। हाँ। मेरे मुंह वाल की देखदे हो? 2200 रुपया लेके आओ। आ जांदे आ मुंह चक के। ਤੂੰ ਐ ਕਰ, ਵੱਧ ਤੋਂ ਵੱਧ ਖੱਲਾ ਲੈ ਕੇ ਆ। ਛੋਟੇ ਕੱਟੂਆਂ ਦੀ ਬਹੁਤ ਡਿਮਾਂਡ ਹੈ। मैं होर पैसे लेके आना। मुंडे नु तो पीलिया हो गया। ਛੋਟੇ ਕੱਟੂਆਂ ਦੀ ਬਹੁਤ ਡਿਮਾਂਡ ਹੈ। ਤੂੰ ਐ ਕਰ, ਵੱਧ ਤੋਂ ਵੱਧ ਖੱਲਾ ਲੈ ਕੇ ਆ। मैं होर पैसे लेके आना। ਛੋਟੇ ਕੱਟੂਆਂ ਦੀ ਬਹੁਤ ਡਿਮਾਂਡ मुंडे ਹੈ। नु तो पीलिया हो गया। ਤੂੰ ਐ ਕਰ, मैं होर पैसे लेके ਵੱਧ ਤੋਂ ਵੱਧ ਖੱਲਾ ਲੈ ਕੇ ਆ। ਤੋਂ ਵੱਧ ਖੱਲਾ ਲੈ ਕੇ ਆ। ਛੋਟੇ ਕੱਟੂਆਂ ਦੀ ਬਹੁਤ ਡਿਮਾਂਡ ਹੈ। ਕੱਟੂਆਂ ਦੀ ਬਹੁਤ ਡਿਮਾਂਡ ਹੈ। ਕਰ, मुंडे नु तो पीलिया हो गया। ਤੂੰ ਐ ਵੱਧ ਤੋਂ ਵੱਧ ਖੱਲਾ ਲੈ ਕੇ ਆ। मैं होर पैसे लेके आना। ਛੋਟੇ ਕੱਟੂਆਂ ਦੀ ਬਹੁਤ ਡਿਮਾਂਡ ਹੈ। मैं होर पैसे लेके मैं होर पैसे लेके ਵੱਧ ਤੋਂ ਵੱਧ ਖੱਲਾ ਲੈ ਕੇ ਆ। ਵੱਧ ਖੱਲਾ ਲੈ ਕੇ ਆ। ਛੋਟੇ ਕੱਟੂਆਂ ਦੀ ਬਹੁਤ ਡਿਮਾਂਡ ਹੈ। ਬਹੁਤ ਡਿਮਾਂਡ ਹੈ। ਇੱਕ ਤਾਂ ਲਿਬਰਾਬੇਟ ਦੀਆਂ 4 ਸਟ੍ਰਿਪਸ ਤੇ ਇੱਕ ਐਂਟੀ ਫਲੂਕ ਦੀਆਂ 4 ਬੋਟਲਸ। जी ਤੇ ਇਹ ਆਪਣੇ ਕੋਲ ਕਦੋਂ ਤੱਕ ਡਿਲੀਵਰ ਹੋ ਜਾਣਗੀਆਂ? डॉक्टर साहब ਹਾਂਜੀ। मैं जी बार कट्टा लेके आया, फिटा मार गया कोई, शायद उसके साथ चलते। आयो जी, आजो आज देखियो मड़ा जा। चल प्रगट। आयो जी, आयो। आ जा प्रगट। जी मैडम। ਵੀਰੇ ਆਪ ਫੋਨ ਲੈ ਲਓ ਮੇਰੇ ਕੋਲੋਂ। ਆਪਾਂ ਨਹੀਂ ਵੀਰੇ ਲੈ ਸਕਦੇ ਯਾਰ, ਸੌਰੀ। ਐਦਾਂ ਦੇ ਨਾ ਸਾਡੇ ਕੋਲ ਰੋਜ਼ ਚੋਰੀਆਂ ਵਾਲੇ ਤੇ ਨਸ਼ਿਆਂ ਵਾਲੇ ਫੋਨ ਵੇਚਣ ਆਉਂਦੇ ਆ, ਆਪਾਂ ਨਹੀਂ ਲੈਣਾ ਯਾਰ। ਚੋਰੀ ਦਾ ਨਹੀਂ ਵੀਰੇ, ਮੇਰਾ ਫੋਨ ਹੈ। ਮੈਂ ਮੇਰੀ ਘਰ ਵਾਲੀ ਬਿਮਾਰ ਹੈ, ਮੇਰਾ ਜਵਾਕ ਢਿੱਲਾ ਹੈ, ਦਵਾਈ ਲੈਣੀ। ਮੈਂ ਨਹੀਂ ਮੰਨ ਸਕਦਾ ਕਿਉਂਕਿ ਮੇਰੇ ਨਾਲ ਪਹਿਲਾਂ ਇਹ ਕੇਸ ਹੋ ਚੁੱਕਿਆ। ਮੈਨੂੰ ਸੀਆਈ ਸਟਾਫ ਵਾਲੇ ਫੜ ਕੇ ਲੈ ਗਏ ਸੀਗੇ। ਮੈਂ ਐਦਾਂ ਹੀ ਫੋਨ ਕਿਸੇ ਦਾ ਸੈਕਿੰਡ ਹੈਂਡ ਲੈ ਲਿਆ ਸੀਗਾ, ਮੈਂ ਫਸ ਗਿਆ ਸੀਗਾ। ਮੇਰੀ ਮਜਬੂਰੀ ਹੈ ਵੀਰੇ। ਮਜਬੂਰੀ ਵਾਲੀ ਗੱਲ ਕੋਈ ਨਹੀਂ, ਆਪਾਂ ਲੈਣਾ ਹੀ ਨਹੀਂ। 500 1000 ਕੁਛ ਦੇ ਦੇ ਵੀਰੇ। ਮੈਂ ਕਿਹਾ ਨਾ ਮੈਂ ਲੈਣਾ ਹੀ ਨਹੀਂ। ਹੱਥ ਜੋੜਨ ਵਾਲੀ ਕੋਈ ਗੱਲ ਨਹੀਂ, ਆਪਾਂ ਲੈਣਾ ਹੀ ਨਹੀਂ। ਤੁਸੀਂ ਕਿਤੇ ਹੋਰ ਟਰਾਈ ਕਰ ਲਓ। ਮੇਰਾ ਨਹੀਂ, ਤੁਸੀਂ ਮੇਰੀ ਵੀ ਮਜਬੂਰੀ ਸਮਝੋ, ਤੁਸੀਂ ਕਿਤੇ ਹੋਰ ਟਰਾਈ ਕਰ ਲਓ। पता वाला नंबर मिलाई, बहुत जरूरी है। मिला देना। भाई ओ भाई। हाँ जी यार मैं अपना पुराना साइकिल बेचना सी। कोई गाहक है नहीं, पुराने दा कोई गाहक नहीं हैगा। नहीं हाँ हेलो। हाँ किथे आ? किन्ने घंटे हो गए? शाम हो गई। पैसों का बंदोबस्त होया कि नहीं? कानों होया बंदोबस्त? आरती फोन लाना वो भी नहीं चुकता। आ साइकिल वाली दुकान ते आया, साइकिल बेचन जे बिक जे ता। अच्छा छेती कर, मुंडे दी हालत बिगड़ती जांदी है। छेती आ जा। तू ख्याल रख जवाक दा, मैं करता कोई प्रबंध। ठीक है, छेती आ जा।
रोंदा क्यों नहीं? हाँ? डॉक्टर साहब, डॉक्टर साहब, भैणे, मेरे जवाक नूं की हो गया? रोंदा क्यों नहीं? भैणे कित्थे गए तुसी? नर्स जी आ देखियो की हो गया जवाक नूं? कोई नहीं हैगा। भैन जी की हो गया मेरे जवाक नूं? कित्थे गए सारे? लोरी लकड़े तेरी माँ सदकड़े लोरी लकड़े तेरी माँ सदकड़े लोर मनोरी दुध कटोरी पीले निके लोकां तो चोरी लोरी लकड़े तेरी माँ सदकड़े लोरी देनिया चढ़के चुबार निकड़े माँ पई राज गुजारे लोरी लकड़े तेरी माँ सदकड़े चंगा, सत श्री अकाल भैणे। आ जाओ, आ जाओ। खा लो पतंदरो, तुसी ना साथ छड़ जो।
बेबी तो मेरा साथ छड़ के चला गया, जवाक भी चला गया, बेबी भी चला गया। ओए बेबी तू क्यों छड़ के गया ओए? सत श्री अकाल अंकल जी, ठीक हो जी? सत श्री अकाल जी। सत श्री अकाल। करमी है? सत श्री अकाल आंटी। सत श्री अकाल। ये अपने पिंड वाले डंगर हस्पताल विच नवे डॉक्टर आए ने। बहुत माड़ा होया आंटी। तुसी उस दिन आए सी ना हॉस्पिटल च कट्टे नूं लैके? जी। मैनू बाद च पता लग्या कि थोड़ा कोई बच्चा भी बस प्लीज। किस्मती पुट्ठी पमाली देगी जी। मसा मसा घर विच नवा जी आया सी, होम चला गया। छोटे भरा नूं जवाकां वांगू पालिया सी, हुण नाराज होके घर छड्ड के चला गया। बस जी, ਜਦੋਂ ਕਰਮ ਹੀ ਮਾੜੇ ਹੋਣ। नहीं आंटी बस प्लीज। ਹੁਣ ਤਾਂ ਘਰ ਦੀਆਂ ਕੰਧਾਂ ਵੀ ਖਾਣ ਨੂੰ ਆਉਂਦੀਆਂ। प्लीज हौसला रखो। ਮੈਂ ਵੀ ਦਾ ਕਮਰਾ ਬੰਦ ਦੇਖ ਕੇ ਘਰ ਜਮੂ ਨੂੰ ਆਉਂਦਾ। अंकल मैं थोड़े नाल एक जरूरी गल करनी सी। हाँ जी करो। मैं शहर तो रोज इत्थे आउणी आ, जे तुसी मेवी वाला कमरा मैनू रहण लई दे दिओ। डॉक्टर साहब तुसी कित्थे रहोगे गरीबां दे विच? तुहानू तां हर रोज साडे तो मुश्क ही बड़ा होना। नहीं नहीं अंकल, मुश्क बंदियां चों नहीं आउंदी, बंदे दी सोच तो आउंदी है। सब दा अपना अपना नजरिया सोचण दा। देख पुੱਤ, ਜੇ ਤੂੰ ਇੱਥੇ ਰਹਿ ਸਕਦੀ ਹੈ ਸਾਡੇ ਘਰ ਤਾਂ ਸਾਨੂੰ ਤਾਂ ਖੁਸ਼ੀ ਹੋਊਗੀ। शुक्रिया जी। ਲੈ ਪੁੱਤ, ਗਰਮ ਗਰਮ ਚਾਹ ਪੀ ਲੈ। ਲਿਆਓ ਜੀ। ਤੇਰੀ ਮਾਂ ਵਾਲੀ ਕਰਮਾਂ ਵਾਲੀ ਹੋਊ ਜਿਹਨੇ ਤੈਨੂੰ ਪੈਦਾ ਕੀਤਾ। ਤੁਸੀਂ ਵੀ ਤਾਂ ਮੇਰੀ ਮਾਂ ਵਰਗੇ ਹੀ ਹੋ, ਕਿੰਨਾ ਖਿਆਲ ਰੱਖਦੇ ਹੋ ਮੇਰਾ। ਨਾ ਪੁੱਤ, ਮੇਰੇ ਕਰਮ ਇੰਨੇ ਚੰਗੇ ਕਿੱਥੇ ਕਿ ਤੇਰੀ ਮਾਂ ਵਰਗੀ ਬਣ ਸਕਾਂ। ਜੇ ਸਾਡੇ ਕਰਮ ਇੰਨੇ ਚੰਗੇ ਹੁੰਦੇ ਤਾਂ ਸਾਰੀ ਉਮਰ ਗੁਰਬਤ ਕਿਉਂ ਹੰਡਾਉਂਦੇ। ਆਂਟੀ ਜੀ, ਇਹ ਕਰਮ ਕੁਛ ਨਹੀਂ ਹੁੰਦੇ। ਕੁਦਰਤ ਨੇ ਨਾ ਸਾਰਾ ਕੁਝ ਇੱਕੋ ਜਿਹਾ ਪੈਦਾ ਕੀਤਾ ਹੈ ਸਾਰਿਆਂ ਦੇ ਲਈ। ਇਹ ਤਾਂ ਕੁਝ ਬਹੁਤੇ ਚਲਾਕ ਲੋਕਾਂ ਨੇ ਜ਼ਿਆਦਾ ਕੁਝ ਤੇ ਕਬਜ਼ਾ ਕਰ ਲਿਆ ਤੇ ਬਾਕੀਆਂ ਦੇ ਹਿੱਸੇ ਕੰਗਾਲੀ ਰਹਿ ਗਈ। ਇੱਕ ਗੱਲ ਦੱਸ ਪੁੱਤ, ਬੰਦਾ ਜਿਹੜੀ ਜਾਤ 'ਚ ਪੈਦਾ ਹੁੰਦਾ ਉਹ 'ਚ ਰਹਿਣਾ ਪੈਂਦਾ ਨਾ ਕਿ ਨਹੀਂ? ਆਂਟੀ ਜੀ, ਜਾਤ ਜੂਤ ਕੁਛ ਨਹੀਂ ਹੁੰਦੀ। ਇਹ ਜਾਤਾਂ ਵੀ ਤਾਂ ਬੰਦਿਆਂ ਦੀਆਂ ਬਣਾਈਆਂ ਹੋਈਆਂ ਨੇ ਵੀ ਤੂੰ ਆਹ ਕੰਮ ਕਰ ਲੈ, ਤੂੰ ਉਹ ਕੰਮ ਕਰ ਲੈ। ਹੋਰ ਜਾਤਾਂ ਕੀ ਨੇ? ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਨਾ, ਉਹਨਾਂ ਨੇ ਜਾਤ ਪਾਤ ਦਾ ਵਿਤਕਰਾ ਨਹੀਂ ਕੀਤਾ। ਫਿਰ ਆਪਾਂ ਕੌਣ ਹੁੰਨੇ ਆ? ਤੂੰ ਤਾਂ ਬਾਲੀਆਂ ਸਿਆਣੀਆਂ ਗੱਲਾਂ ਕਰਦੀਆਂ, ਪਰ ਮੇਰੇ ਪੱਲੇ ਨਾ ਬਾਲਾ ਕੁਛ ਨਹੀਂ ਪੈਂਦਾ। ਅਸੀਂ ਤੀਵੀਆਂ ਨੇ ਲੈਣਾ ਵੀ ਕੀ ਹੈ ਬੰਦਿਆਂ ਦੇ ਕੰਮਾਂ ਤੋਂ। ਓਹੋ ਆਂਟੀ ਜੀ, ਤੀਵੀਆਂ ਨੇ ਕਿਉਂ ਨਹੀਂ ਲੈਣਾ? ਜਦੋਂ ਤੀਵੀਆਂ ਸਭ ਤੋਂ ਵੱਧ ਕੰਮ ਕਰ ਸਕਦੀਆਂ ਨੇ, ਸਭ ਤੋਂ ਵੱਧ ਦੁੱਖ ਤੀਵੀਆਂ ਨੂੰ ਹੰਡਾਉਣੇ ਪੈਂਦੇ ਨੇ, ਫਿਰ ਸਾਰਾ ਕੁਝ ਬਰਾਬਰ ਕਰਨ ਲਈ ਵੀ ਤਾਂ ਤੀਵੀਆਂ ਨੂੰ ਇਹ ਲੜਾਈ ਨਾਲ ਲੜਨੀ ਪੈਣੀ ਹੈ। ਅਸੀਂ ਤਾਂ ਇਹ ਪੱਠ ਝੋਕਣੇ ਆ, ਸਾਰੀ ਉਮਰ ਘੁਲੀ ਜਾਣਾ ਚੰਮ ਨਾਲ। ਲੈ ਧੀਏ ਮੂੰਗਫਲੀ ਖਾ ਲੈ। ਰੱਖ ਦੋ ਅੰਕਲ। ਧੀਏ ਅੱਜ ਕੱਲ ਸਾਰੇ ਪਾੜੇ ਇਹਨੂੰ ਹੀ ਚਿਮੜੇ ਰਹਿੰਦੇ ਆ, ਇਹ ਹੈ ਕੀ ਆ? ਅੰਕਲ, ਇਹ ਛੋਟਾ ਕੰਪਿਊਟਰ ਹੈ, ਇਹਨੂੰ ਲੈਪਟਾਪ ਕਹਿੰਦੇ ਨੇ। ਆਪਾਂ ਇਹਦੇ ਚੋਂ ਸਾਰੀ ਦੁਨੀਆ ਦੀ ਜਾਣਕਾਰੀ ਲੈ ਸਕਦੇ ਹਾਂ।
ਅੱਛਾ ਹਾਂਜੀ। ਫੇਰ ਤਾਂ ਧੀਏ ਤੂੰ ਇਹਦੇ ਵਿੱਚੋਂ ਆ ਜਾਣਕਾਰੀ ਵੀ ਕੱਢ ਬਈ ਸਾਡੀ ਜੂਨ ਕਿਵੇਂ ਸੁਧਰੂ। ਅੰਕਲ ਜੀ, ਜੂਨ ਤਾਂ ਉਦੋਂ ਸੁਧਰੂਗੀ ਨਾ ਜਦੋਂ ਆਪਾਂ ਨੂੰ ਇਹ ਪਤਾ ਲੱਗੂਗਾ ਵੀ ਉਹਦੇ ਵਿੱਚ ਖਰਾਬੀ ਕਿੱਥੇ ਤੇ ਕਿਵੇਂ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਡਾਕਟਰ ਸਿਮਰਨ ਆ ਜੀ, ਇੱਥੇ ਵੈਟਨਰੀ ਡਾਕਟਰ, ਤੇ ਮੈਂ ਸਟੂਡੈਂਟ ਯੂਨੀਅਨ 'ਚ ਵੀ ਯੂਨੀਵਰਸਿਟੀ ਟਾਈਮ ਕੰਮ ਕਰਦੀ ਰਹੀ ਹਾਂ। ਅੱਛਾ ਜੀ, ਮੇਰਾ ਨਾਮ ਹਰਮਨ ਹੈ ਜੀ। ਹਾਂਜੀ। ਮੈਂ ਪਿਛਲੇ ਲੰਬੇ ਸਮੇਂ ਤੋਂ ਨੌਜਵਾਨਾਂ ਵਿੱਚ ਕੰਮ ਕਰ ਰਿਹਾ। ਅੱਛਾ ਜੀ। ਮੇਰਾ ਨਾਮ ਪ੍ਰਦੀਪ ਹੈ ਜੀ, ਮੈਂ ਖੇਤ ਮਜ਼ਦੂਰਾਂ ਨਾਲ ਕੰਮ ਕਰਦਾ ਜੀ। ਮੇਰਾ ਨਾਮ ਨਿਰਭੈ ਹੈ ਜੀ, ਮੈਂ ਕਿਸਾਨ ਯੂਨੀਅਨ 'ਚ ਕੰਮ ਕਰਦਾ ਹਾਂ। ਤੇ ਦੱਸੋ ਤੁਸੀਂ ਇੱਥੇ ਮੀਟਿੰਗ ਸਾਨੂੰ ਕਿਵੇਂ ਯਾਦ ਕੀਤਾ? ਮੈਂ ਨਾ ਜੀ ਜਿਹੜੇ ਪਿੰਡ 'ਚ ਜੌਬ ਕਰ ਰਹੀ ਹਾਂ, ਉੱਥੇ ਉਹਨਾਂ ਪਿੰਡ ਵਾਲਿਆਂ ਦੀਆਂ 2-3 ਮੇਜਰ ਪ੍ਰੋਬਲਮਸ ਨੇ, ਜਿਵੇਂ ਕਿਸਾਨੀ ਦੀ ਲਾ ਲਓ, ਨਸ਼ਿਆਂ ਨੂੰ ਲੈ ਕੇ ਲਾ ਲਓ। ਜੀ ਜੀ। ਤੇ ਉਹ ਵਾਕਈ ਉਸ ਚੀਜ਼ ਤੋਂ ਬਹੁਤ ਦੁਖੀ ਨੇ ਤੇ ਉਸ ਚੀਜ਼ 'ਚੋਂ ਬਾਹਰ ਆਉਣਾ ਚਾਹੁੰਦੇ ਨੇ, ਪਰ ਉਹ ਖੁੱਲ ਕੇ ਸਾਹਮਣੇ ਨਹੀਂ ਆ ਪਾ ਰਹੇ। ਉਹਨਾਂ ਨੂੰ ਤਰੀਕਾ ਨਹੀਂ ਮਿਲ ਰਿਹਾ ਕਿ ਕਿਵੇਂ ਉਸ ਚੀਜ਼ ਨੂੰ ਆਰਗੇਨਾਈਜ਼ ਕਰਨਾ ਹੈ, ਕਿਵੇਂ ਉਸ ਚੀਜ਼ ਨੂੰ ਸਟਾਰਟ ਕਰਨਾ ਹੈ। ਜੀ ਜੀ। ਤੇ ਮੈਂ ਤੁਹਾਡੀ ਸਲਾਹ ਲੈਣੀ ਸੀ ਕਿ ਕਿਵੇਂ ਉਹਨਾਂ ਨੂੰ ਆਪਾਂ ਆਰਗੇਨਾਈਜ਼ ਕਰੀਏ, ਕਿਵੇਂ ਇਨਸਟਰਕਟ ਕਰੀਏ ਕਿ ਉਹ ਉਸ ਚੀਜ਼ 'ਚੋਂ ਬਾਹਰ ਆ ਸਕਣ। ਉਹਦੇ ਲਈ ਤਾਂ ਸਭ ਤੋਂ ਪਹਿਲਾਂ ਇਹ ਹੈ ਜੀ ਕਿ ਸਾਰਿਆਂ ਨੂੰ ਇਕੱਠੇ ਕਰੋ, ਤੁਸੀਂ ਆਪਣੇ ਲੈਵਲ ਤੇ ਇੱਕ ਮੀਟਿੰਗ ਰੱਖੋ। ਸਾਡੀ ਕਿਸਾਨ ਯੂਨੀਅਨ ਤੁਹਾਡੇ ਨਾਲ ਖੜੀ ਹੈ, ਜਿੰਨੇ ਬੰਦੇ ਚਾਹੀਦੇ ਉਹਨੇ ਬੰਦੇ ਦੇਵਾਂਗੇ, ਪੂਰੀ ਸਪੋਰਟ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਲਈ। ਜੀ, ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦੀ ਆ ਕਿ ਤੁਸੀਂ ਸਾਰੇ ਇਕੱਠੇ ਹੋ ਕੇ ਪਿੰਡ 'ਚ ਜੋ ਵੀ ਗਲਤ ਹੋ ਰਿਹਾ ਹੈ ਉਹਦੇ ਖਿਲਾਫ ਆਵਾਜ਼ ਉਠਾਓ। ਮਸਲਾ ਚਾਹੇ ਪਿੰਡ 'ਚ ਨਸ਼ਿਆਂ ਦਾ ਹੋਵੇ, ਚਾਹੇ ਖਰਾਬ ਹੋਈਆਂ ਫਸਲਾਂ ਦਾ ਹੋਵੇ, ਜਾਂ ਫਿਰ ਕੋਈ ਵਿਹੜੇ ਵਾਲਿਆਂ ਦਾ ਹੋਵੇ। ਤੁਹਾਨੂੰ ਸਾਰਿਆਂ ਨੂੰ ਇੱਕ ਦੂਸਰੇ ਦੀ ਮਦਦ ਕਰਨੀ ਚਾਹੀਦੀ ਹੈ। ਜਿੱਥੇ ਵੀ ਲੋਕ ਇਕੱਠੇ ਹੋ ਕੇ ਲੜੇ ਆ, ਉਹ ਜ਼ਰੂਰ ਜਿੱਤੇ ਆ। ਬਾਕੀ ਮੈਂ ਕਿਸਾਨ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਵਾਲਿਆਂ ਨਾਲ ਗੱਲ ਕੀਤੀ ਹੋਈ ਹੈ, ਉਹ ਵੀ ਤੁਹਾਡੀ ਮਦਦ ਜ਼ਰੂਰ ਕਰਨਗੇ। ਤੇ ਬਸ ਹੁਣ ਤੁਸੀਂ ਸਾਰੇ ਇਕੱਠੇ ਹੋ ਜਾਓ। ਸਰਪੰਚ ਸਾਹਿਬ, ਤੁਹਾਨੂੰ ਪਤਾ ਹੈ ਉਹ ਡੰਗਰ ਡਾਕਟਰ ਨਹੀਂ ਕੀਪੇ ਦੇ ਘਰੇ ਰਹਿਣ ਲੱਗ ਪਈ ਹੈ। ਪਤਾ ਮੈਨੂੰ, ਕਮਲੀ ਹੈ ਸੌਰੀ। ਉਹ ਕਮਲੀ ਕੁਮਲੀ ਕੋਈ ਨਹੀਂ ਜੀ, ਉਹ ਤਾਂ ਡੂਢ ਸਿਆਣੀ ਹੈ। ਆ ਨਵੇਂ ਚੰਦ ਚਾੜੀ ਜਾਂਦੀ ਹੈ, ਲੋਕਾਂ ਨੂੰ ਇਕੱਠੇ ਕਰਕੇ ਪਤਾ ਨਹੀਂ ਕੀ ਭਾਸ਼ਣ ਝਾੜੀ ਜਾਂਦੀ ਹੈ। ਲਾਈਆ ਜੀ ਫਿਰ ਚਾਂਟੇ। ਤੂੰ ਚੁੱਪ ਕਰਿਆ ਕਰ, ਚਾਂਟੇ ਲਾਉਣ ਨੂੰ ਹਰ ਵੇਲੇ ਤਿਆਰ ਰਹਿਣਾ ਤੂੰ। ਤੈਨੂੰ ਜਿਹੜਾ ਐਨਆਰਆਈ ਦੀ ਜ਼ਮੀਨ ਤੇ ਕਬਜ਼ੇ ਦਾ ਕੰਮ ਕਿਹਾ, ਉਹਦਾ ਕੀ ਬਣਿਆ? ਬਸ ਲੱਗੇ ਹੋਏ ਆ ਜੀ, ਥੋੜਾ ਜਿਹਾ ਟਾਈਮ ਹੋਰ ਲੱਗੂ। ਤੂੰ ਐ ਕਰ ਸ਼ਮੀ। ਹਾਂਜੀ। ਜਿਹੜਾ ਕੀਪੇ ਦੇ ਘਰ ਜਾਂਦਾ ਨਾ ਜੀ, ਉਹਦੇ ਤੇ ਨਜ਼ਰ ਰੱਖ। ਭਰਤ, ਤੂੰ ਇਹ ਖਿਆਲ ਰੱਖੀ ਕਿ ਰੈਲੀ ਦੇ ਵਿੱਚ ਪ੍ਰਧਾਨ ਜੀ ਦੇ ਨਾਲ ਨਾਲ ਮੇਰੀ ਜਿੰਦਾਬਾਦ ਦੇ ਨਾਅਰੇ ਵੀ ਲੱਗਦੇ ਰਹਿਣ। ਉਹ ਤੁਸੀਂ ਚਿੰਤਾ ਨਾ ਕਰੋ ਸਰਦਾਰ ਸਾਹਿਬ, ਸਾਰਿਆਂ ਨੂੰ ਮਾਲ ਮਤਾ ਸ਼ਿਕਾਇਤ ਹੈ, ਬਹਿ ਜਾ ਹੋ ਜੂ। ਹੱਦ ਹੋਈ ਆ ਵੀ ਤੁਹਾਡੇ ਲੋਕਾਂ ਵਾਲੀ। ਟਪੂਸੀ ਮਾਰ ਲਗੇ 1 ਮਿੰਟ ਨਹੀਂ ਲਾਉਂਦੇ ਤੁਸੀਂ। ਜਦੋਂ ਔਖੀ ਭਾਰੀ ਹੁੰਦੀ ਆ ਉਦੋਂ ਮੇਰੀਆਂ ਦਿਲੀਆਂ ਨੀਵੀਆਂ ਕਰ ਦਿੰਦੇ ਹੋ ਨਾ। ਤੁਸੀਂ ਮੈਨੂੰ ਇਹ ਦੱਸੋ ਓਏ, ਉਹ ਡਾਕਟਰ ਨਹੀਂ ਹੈ ਕੀ ਚੀਜ਼? ਸਾਲਾ ਟੱਡੀਆਂ ਨੂੰ ਵੀ ਜ਼ੁਕਾਮ ਹੋਇਆ 2 ਦਿਨ ਦੀ ਮਹਿਮਾਨ ਆ ਹੁਣ ਉਹ ਪਿੰਡ 'ਚ। ਉਸ ਤੋਂ ਬਾਅਦ ਤੁਸੀਂ ਕਿੱਥੇ ਜਾਓਗੇ? ਸਰਦਾਰ ਜੀ ਗਲਤੀ ਹੋ ਗਈ, ਅਸੀਂ ਨਾ ਗੱਲਾਂ 'ਚ ਆ ਗਏ। ਗਲਤੀ ਹੋ ਗਈ, ਗੱਲਾਂ 'ਚ ਆ ਗਏ। ਤੇ ਤੂੰ ਉਹ ਕੀਤੂ ਮੁੰਡਾ ਤੇਰਾ ਜਦੋਂ ਪੁਲਿਸ ਫੜ ਕੇ ਲੈ ਗਈ ਸੀ ਚਿੱਟੇ ਦੇ ਚੱਕਰ 'ਚ, ਅੱਧੀ ਰਾਤ ਨੂੰ ਮੇਰੇ ਘਰੇ ਆਣ ਵੱਜਾ ਸੀ ਆਪਣੀ ਜਨਾਨੀ ਨੂੰ ਨਾਲ ਲੈ ਕੇ। ਉਹ ਮਿੰਤਾ ਕਰੀ ਜਾਂਦੀ ਸੀ, ਤੂੰ ਪੈਰਾਂ 'ਚ ਪੱਗ ਰੱਖ ਕੇ ਰੋਈ ਜਾਂਦਾ ਸੀ। ਜੇ ਮੈਂ ਪੁੱਤ ਤੋਂ ਥਾਣੇਦਾਰ ਨੂੰ ਕਹਿ ਕੇ ਨਾ ਛਡਾਉਂਦਾ, ਹੁਣ ਨੂੰ ਜੇਲ੍ਹ 'ਚ ਚੱਕੀ ਪੀਂਦਾ ਹੁੰਦਾ। ਸਾਰਾ ਕੁਝ ਭੁੱਲ ਜਾਂਦੇ ਹੋ ਤੁਸੀਂ ਲੋਕ। ਤੇ ਗੱਲ ਮੈਂ ਹੋਰ ਦੱਸ ਦਿਆਂ, ਮੈਂ ਵੋਟਾਂ ਵਾਟਾਂ ਦੀ ਧੌਂਸ ਨਹੀਂ ਮੰਨਦਾ। ਮੈਂ ਤੁਹਾਨੂੰ ਦੱਸਾਂ, ਮੈਂ ਸਰਪੰਚੀ ਕਰਨੀ ਆ ਪੂਰੀ ਠੋਕ ਵਜਾ ਕੇ 25 ਸਾਲ। ਐਦਾਂ ਦੇ ਲੱਲੂਆਂ ਪੰਜੂਆਂ ਤਾਂ ਮੈਂ ਨਹੀਂ ਡਰਨ ਵਾਲਾ। ਹਾਂ, ਜਿਹੜੀ ਆਪਣੇ ਪਿੰਡ ਦੀ ਪੰਚਾਇਤੀ ਜ਼ਮੀਨ ਹੈ 4 ਕਿੱਲੇ, ਉਹਦੀ ਅੱਜ ਬੋਲੀ ਆ ਤੇ ਬੋਲੀ ਦੇਣ ਲਈ ਸਾਰੇ ਹਾਜ਼ਰ ਆ। ਉਹ ਸੈਕਟਰੀ ਸਾਹਿਬ ਏਦਾਂ ਕਰੋ, ਇਹਨਾਂ ਸਾਰੇ ਜਾਣੇ ਨੂੰ ਪਹਿਲਾਂ ਨਾ ਸ਼ਰਤਾਂ ਪੜ੍ਹ ਕੇ ਸੁਣਾ ਦਿਓ। ਇਹਨਾਂ ਚੋਂ ਫਿਰ ਕਈ ਜਣੇ ਪਿੰਡ 'ਚ ਗੁੱਡਾ ਬੰਨ ਦਿੰਦੇ ਨੇ, ਬਈ ਸਰਪੰਚ ਨੇ ਇਹ ਕਰਤਾ, ਸਰਪੰਚ ਨੇ ਉਹ ਕਰਤਾ। ਤੁਹਾਨੂੰ ਨਹੀਂ ਪਤਾ, ਪਹਿਲਾਂ ਸ਼ਰਤਾਂ ਪੜ੍ਹੋ। ਠੀਕ ਹੈ ਜੀ। ਹਾਂ, 1 ਕਿੱਲਾ ਇਹਦੇ ਵਿੱਚੋਂ ਰਾਖਵਾਂ ਹੈ ਜੀ ਵਿਹੜੇ ਵਾਲਿਆਂ ਲਈ। 25,000 ਰੁਪਏ ਬੋਲੀ ਹੈ ਜੀ। ਕੁਦਰਤੀ ਜਾਂ ਗੈਰ ਕੁਦਰਤੀ ਨੁਕਸਾਨ ਦੇ ਤੁਸੀਂ ਖੁਦ ਜ਼ਿੰਮੇਵਾਰ ਹੋਵੋਗੇ, ਪੰਚਾਇਤ ਨਹੀਂ। ਉਹ ਛੱਡੋ ਜੀ, ਇਹ ਜਿਹੜੀ ਵਿਹੜੇ ਵਾਲੀ ਜ਼ਮੀਨ ਰੱਖੀ ਹੈ ਨਾ ਵੀ ਨਾਲ ਲੈ ਲਓ। ਵਿਹੜੇ 'ਚ ਕਿੰਨੇ ਬੋਲੀ ਦੇਣੀ ਹੈ? ਇਹ ਸਾਰੀ ਜ਼ਮੀਨ ਇੱਕੇ ਥਾਂ ਕਰਕੇ ਇਹਦੀ ਇਕੱਠੀ ਬੋਲੀ ਦੀ ਕਾਰਵਾਈ ਪਾਓ। ਠੀਕ ਹੈ ਜੀ। ਭਾਵੇਂ ਪਹਿਲਾਂ ਵਿਹੜੇ ਵਾਲਿਆਂ ਨੇ ਜ਼ਮੀਨ ਦੀ ਬੋਲੀ ਦਿੱਤੀ ਹੈ ਜਾਂ ਨਹੀਂ ਸਰਪੰਚ ਸਾਹਿਬ, ਪਰ ਅੱਜ ਤਾਂ ਉਹ ਦੇਣਗੇ ਹੀ। ਤੂੰ ਕੌਣ ਹੈ ਬਈ? ਕੌਣ ਦਊਗਾ ਵਿਹੜੇ 'ਚ ਬੋਲੀ? ਮੈਂ ਦੇਵਾਂਗਾ ਵਿਹੜੇ 'ਚ ਬੋਲੀ ਸਰਪੰਚ ਸਾਹਿਬ।
ਉਹ ਕੀ ਪਿਆ ਤੂੰ ਭੰਗ ਪੀ ਕੇ ਤੇ ਨਹੀਂ ਆ ਗਿਆ ਸਵੇਰੇ ਸਵੇਰੇ? ਓਏ ਹੱਡਾ ਰੋੜੀ ਦੀ ਬੋਲੀ ਨਹੀਂ ਐ, ਓਏ ਜ਼ਮੀਨ ਦੀ ਬੋਲੀ ਐ। ਪੈਸੇ ਦੇਣੇ ਪੈਣੇ ਨੇ ਸਾਰੇ ਇੱਥੇ ਹੁਣੇ, ਉਹ ਵੀ ਨਗਦੋ ਨਗਦ। ਉਹ ਵੀ ਦੇ ਦੇਾਂਗੇ ਤੇ ਦੇਵਾਂਗੇ ਵੀ ਨਗਦੋ ਨਗਦ। ਅੱਛਾ ਓਏ ਕਿੱਦਾਂ ਹੋ ਜੂ? ਉਹ ਕੋਈ ਕਾਨੂੰਨ ਹੁੰਦਾ? ਘੱਟੋ ਘੱਟ ਵਿਹੜੇ ਚੋਂ 3 ਬੰਦੇ ਹੋਣੇ ਚਾਹੀਦੇ ਨੇ ਬੋਲੀ ਦੇਣ ਲਈ। ਹੋਰ ਕੌਣ ਦਊਗਾ ਤੇਰੇ ਨਾਲ ਬੋਲੀ? ਮੈਂ ਦੇਊਂਗਾ ਬੋਲੀ। ਮੈਂ ਵੀ ਬੋਲੀ ਦੇਣ ਨੂੰ ਤਿਆਰ ਹਾਂ। ਕੀ ਬਾਤ ਹੈ ਭਾਈ, ਦੇ ਲੋ ਬੋਲੀ। ਕਦੇ ਸਾਡੇ ਮੂਹਰੇ ਨਹੀਂ ਸੀ ਬੋਲਦੇ, ਅੱਜ ਬੋਲੀਆਂ ਦੇਣ ਜੋਗੇ ਹੋ ਗਏ। ਉਹ ਬਿਕਰਮ ਜੀ, ਜਾ ਉਹਨੂੰ ਬਿੰਦਰੀ ਨੂੰ ਆਵਾਜ਼ ਮਾਰ ਕੇ ਲਿਆ ਵਿਹੜੇ ਚੋਂ, ਉਹਦੇ ਕੋਲ ਦਵਾਓ ਬੋਲੀ। ਉਹ ਤਾਂ ਸੋਰੇ ਗਿਆ ਜੀ। ਹੱਥ ਹੋਈਏ ਸਾਲਿਓ, ਕੱਖ ਨਹੀਂ ਕਰਨ ਜੋਗੇ ਤੁਸੀਂ। ਹੈ ਅੱਗੋਂ ਪਿੱਛੋਂ ਚੰਗੀ ਦਿਨ ਦਿਹਾੜ ਮੰਦੀ, ਕਿਸੇ ਹੋਰ ਨੂੰ ਫੜ ਕੇ ਲਿਆਓ। ਜਾ ਭਰਤੇ ਦੇ ਨਾਲ ਹੋ, ਚਲੋ ਜਾਓ। ਸੈਕਟਰੀ ਸਾਹਿਬ ਏਦਾਂ ਕਰੋ, ਬੋਲੀ ਦੀ ਤਰੀਕ ਜਿਹੜੀ ਹੈ ਨਾ ਬਦਲ। ਐ ਕਿਵੇਂ ਬਦਲ ਦੋਗੇ? ਹੁਣੀ ਬੋਲੀ ਕਰਾਓ ਸੈਕਟਰੀ ਸਾਹਿਬ, ਹੁਣੀ ਬੋਲੀ ਕਰਾਓ। ਹਾਂਜੀ ਹਾਂਜੀ, ਬੋਲੀ ਹੁਣੇ ਕਰਾਓ, ਹੁਣੇ ਚਾਹੀਦੀ ਆ। ਹੁਣੀ ਕਰਾਓ, ਕਿਵੇਂ ਨਾ ਹੁਣੀ ਚਾਹੀਦੀ ਆ। ਬੋਲੀ ਅੱਜ ਹੋ ਕੇ ਹਟੂ। ਬੋਲੀ ਹੁਣੇ ਕਰਾਓ ਜੀ, ਹੁਣੇ ਕਰਾਉਣੀ ਹੈ ਠੀਕ ਹੈ ਬੋਲੀ। ਜੀ, ਸਰਕਾਰੀ ਬੋਲੀ ਹੈ ਜੀ 25,000 ਰੁਪਏ। ਚਲੋ ਜੀ ਦਿਓ ਬੋਲੀ। 25,000 25,000 ਇੱਕ। ਕੋਈ ਹੋਰ ਹੈ ਬੋਲੀ ਦੇਣ ਵਾਲਾ? 25,500 25,500 25,500 ਇੱਕ। ਕੋਈ ਹੋਰ ਹੈ? 26,000 26,000 26,000 ਇੱਕ। ਕੋਈ ਹੋਰ ਤਾਂ ਨਹੀਂ ਬੋਲੀ ਦੇਣ ਵਾਲਾ? 26,000 ਦੋ। 26,000 ਤਿੰਨ। ਕੁਲਦੀਪ ਸਿੰਘ ਪੁੱਤਰ ਛੱਜੂ ਸਿੰਘ, ਪੈਸੇ ਜਮ੍ਹਾਂ ਕਰਾਓ, ਜ਼ਮੀਨ ਤੁਹਾਡੀ ਹੋਈ। आजा भैने तेल लेके, मैं भी लड्डू लेके आई हाँ। ਅੱਜ ਦਾ ਦਿਨ ਤਾਂ ਬਾਹਲਾ ਭਾਗਾਂ ਵਾਲਾ ਚੜਿਆ। ਸਾਡੇ ਤੇ ਤਾਂ ਤੁਹਾਡੇ ਬਹੁਤ ਅਹਿਸਾਨ ਨੇ ਭੈਣੇ, ਤੁਹਾਡਾ ਦੇਣ ਤਾਂ ਅਸੀਂ ਕਦੀ ਵੀ ਨਹੀਂ ਦੇ ਸਕਦੇ। ਲੋਕਾਂ ਨੂੰ ਤਾਂ ਸਾਡੇ ਤੋਂ ਮੁਸ਼ਕ ਆਉਂਦਾ, ਪਰ ਤੁਸੀਂ ਸਾਡੇ ਹਰ ਦੁੱਖ ਸੁੱਖ 'ਚ ਸਾਡੇ ਨਾਲ ਖੜੇ ਰਹੇ ਹੋ। ਕੋਈ ਗੱਲ ਨਹੀਂ ਭੈਣੇ, ਵੀਰ ਵੀ ਤਾਂ ਭੱਜਿਆ ਆਉਂਦਾ ਅੱਧੇ ਬੋਲਤੇ ਸਾਡੇ ਘਰੇ। ਕਰਮੇ ਨੂੰ ਵੀ ਉਹੀ ਸੰਭਾਲਦੇ ਰਹੇ ਨੇ, ਤੇ ਨਾਲੇ ਖੇਤੀਬਾੜੀ ਵਿੱਚ ਵੀ ਉਹੀ ਹੱਥ ਵਟਾਉਂਦੇ ਰਹੇ ਨੇ ਸਾਡੇ ਨਾਲ। ਨਾਲੇ ਭੈਣੇ, ਜੇ ਅੱਜ ਕਰਮਾ ਹੁੰਦਾ ਨਾ, ਬਾਲਾ ਹੀ ਚਾਹ ਚੜਨਾ ਸੀ ਉਹਨੂੰ। ਬਹੁਤ ਮੋਹ ਕਰਦਾ ਸੀ ਤੁਹਾਡਾ ਉਹ। ਬਸ ਕਰ ਭੈਣੇ, ਗਿਆ ਨੂੰ ਬਹੁਤਾ ਯਾਦ ਨਹੀਂ ਕਰੀਦਾ। ਮੈਂ ਵੀ ਕਮਲੀ ਆ, ਖੁਸ਼ੀ ਦੇ ਦਿਨ ਉਹ ਆਉਂਦੇ ਹੋਣਗੇ ਭੈਣੇ। ਆਹੋ। ਦੇਖੋ ਡਾਕਟਰਨੀ ਸਾਹਿਬਾ, ਹਾਂ ਤੂੰ ਆ ਪੁੱਠੇ ਸਿੱਧੇ ਕੰਮਾਂ 'ਚ ਵਕਤ ਬਰਬਾਦ ਨਾ ਕਰ। ਤੂੰ ਜਿਹੜੇ ਲੋਕਾਂ ਦੀ ਗੱਲ ਕਰ ਰਹੀ ਹੈ ਨਾ, ਇਹ ਲੋਕ ਸਾਲੇ ਕੁੱਤੇ ਦੀ ਪੂਛ ਨੇ। ਇਹ ਪੂਛ ਇੰਨੀ ਛੇਤੀ ਸਿੱਧੀ ਨਹੀਂ ਹੋਣੀ। ਤੂੰ ਡੰਗਰਾਂ ਦੀ ਡਾਕਟਰ ਹੈ ਤੇ ਡੰਗਰਾਂ ਦਾ ਫਿਕਰ ਕਰਿਆ ਕਰ, ਬੰਦਿਆਂ ਦਾ ਫਿਕਰ ਕਰਨ ਲਈ ਅਸੀਂ ਹੈਗੇ ਆ। ਸਰਪੰਚ ਸਾਹਿਬ, ਮੈਨੂੰ ਮੇਰਾ ਕੰਮ ਸਮਝਾਉਣ ਦੀ ਲੋੜ ਨਹੀਂ। ਜੇ ਮੈਂ ਪੜ੍ਹਾਈ ਕੀਤੀ ਹੈ ਤਾਂ ਮੈਂ ਡਾਕਟਰ ਲੱਗੀ। ਇਹ ਨੌਕਰੀ ਮੈਨੂੰ ਸਰਕਾਰ ਨੇ ਦਿੱਤੀ ਹੈ ਤੇ ਇਹਨਾਂ ਲੋਕਾਂ ਨੂੰ ਜਾਗਰੂਕ ਕਰਨਾ ਮੇਰਾ ਫਰਜ਼। ਅੱਛਾ, ਅੱਜ ਕੱਲ ਤੂੰ ਇਹ ਫਰਜ਼ ਕੋਈ ਜ਼ਿਆਦਾ ਹੀ ਨਹੀਂ ਨਿਭਾਉਣ ਲੱਗ ਪਈ ਤੇ ਪੰਗਾ ਵੀ ਮੇਰੇ ਨਾਲ ਪਾ ਲਿਆ, ਸਰਪੰਚ ਹਾਕਮ ਨਾਲ। ਤੈਨੂੰ ਪਤਾ ਮੇਰੇ ਹੱਥ ਕਿੰਨੇ ਲੰਬੇ ਨੇ? ਸਰਪੰਚ ਸਾਹਿਬ, ਮੈਂ ਕਿਸੇ ਦੇ ਹੱਥਾਂ ਹੁੱਥਾਂ ਤੋਂ ਨਹੀਂ ਡਰਦੀ। ਜੇ ਡਰਦੀ ਹੁੰਦੀ ਤਾਂ ਪਿੰਡ ਜਾ ਕੇ ਨੌਕਰੀ ਨਾ ਕਰਦੀ। ਤੇ ਇੱਕ ਗੱਲ ਹੋਰ, ਇਹਨਾਂ ਲੋਕਾਂ ਦੇ ਹੱਥਾਂ 'ਚ ਕਿੰਨੀ ਤਾਕਤ ਹੈ, ਸ਼ਾਇਦ ਇਸ ਗੱਲ ਦਾ ਅੰਦਾਜ਼ਾ ਤੁਹਾਨੂੰ। ਤੈਨੂੰ ਮੇਰੀ ਤਾਕਤ ਦਾ ਅਹਿਸਾਸ ਨਹੀਂ ਹੈ। ਤੂੰ ਕੀੜਿਆਂ ਦੇ ਭੌਣ ਤੇ ਬਹਿਣ ਜਾ ਰਹੀ ਹੈ। ਤੇ ਤੁਸੀਂ ਵੀ ਪਰਿੰਡਾਂ ਦੇ ਖੱਖਰ ਨੂੰ ਹੱਥ ਪਾ ਲਿਆ। ਹੱਦ ਹੋਈ ਤੇਰੇ ਵਾਲੀ। ਮੈਂ ਜਨਾਨੀ ਹੋਣ ਕਰਕੇ ਲਿਹਾਜ਼ ਕਰੀ ਜਾਣਾ ਵੀ ਕਾਹ ਤੋਂ ਤੂੰ ਸਗੋਂ ਵੱਧੇ ਜਾਨੀ ਹੈ। ਕੋਈ ਗੱਲ ਨਹੀਂ, ਦੇਖ ਲਵਾਂਗਾ ਤੈਨੂੰ ਮੈਂ। ਹੁਣ ਮੈਂ ਤੈਨੂੰ ਪੱਕੇ ਪੈਰੀਂ ਟੱਕਰੂ। ਸਰਪੰਚ ਸਾਹਿਬ, ਇਹ ਪੈਰ ਉਖੜ ਵੀ ਜਾਂਦੇ ਨੇ। ਚਲੋ ਮੁੰਡਿਓ, ਮੈਨੂੰ ਇਹ ਦਿਮਾਗੋਂ ਖੜੀ ਹੋਈ ਲੱਗਦੀ ਹੈ। ਲਿਆਓ ਪ੍ਰਗਟ ਦਾਗਣੀ, ਇਹਦੇ ਵੀ ਸਿੰਗ ਲੱਗਦਾ ਦਾਗਣੇ ਹੀ ਪੈਣੇ ਆ। ਬਾਪੂ ਜੀ, ਇਹ ਦਵਾਈਆਂ ਲੈ ਜਿਓ। ਅੱਛਾ ਮੱਝ ਜੀ। ਤੁਹਾਡੀ 2-3 ਦਿਨਾਂ 'ਚ ਠੀਕ ਹੋ ਜਾਊ। ਅੱਛਾ, ਚੰਗਾ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ।
ਲਓ ਜੀ ਡਾਕਟਰਾਣੀ ਸਾਹਿਬਾ, ਤੁਸੀਂ ਤੇ ਬੰਨ ਲਓ ਬਿਸਤਰਾ ਤੇ ਕਰ ਲਓ ਸੂਟਕੇਸ ਪੈਕ, ਕਿਉਂਕਿ ਤੁਹਾਡੇ ਹੁਣ ਵਿਦਾ ਹੋਣ ਦਾ ਵਕਤ ਆ ਗਿਆ। ਬਹੁਤ ਮਾੜੀ ਕੀਤੀ ਹੈ ਸਰਕਾਰ ਨੇ, 4 ਮਹੀਨੇ ਵੀ ਨਹੀਂ ਟਿਕਣ ਦਿੱਤਾ। ਚਲੋ ਹੋਤਾ ਹੈ ਐਸਾ ਵੀ, ਬਈ ਕੀ ਕਰ ਸਕਦੇ ਆ, ਭਾਣਾ ਤਾਂ ਮੰਨਣਾ ਹੀ ਪੈਣਾ। ਓਕੇ, ਬਾਏ ਬਾਏ, ਟਾਟਾ। ਸਰਪੰਚ ਸਾਹਿਬ, ਤੁਸੀਂ ਗੁਰੂ ਨਾਨਕ ਦੇਵ ਜੀ ਵਾਲੀ ਉਹ ਸਾਖੀ ਤਾਂ ਸੁਣੀ ਹੀ ਹੋਊਗੀ, ਜਿਹਦੇ ਵਿੱਚ ਉਹ ਚੰਗੇ ਪਿੰਡ ਵਾਲਿਆਂ ਨੂੰ ਉਜੜਨ ਦਾ ਤੇ ਮਾੜੇ ਪਿੰਡ ਵਾਲਿਆਂ ਨੂੰ ਵਸੇ ਰਹਿਣ ਦਾ ਵਰ ਦਿੰਦੇ ਨੇ। ਸਮਝ ਹੀ ਗਏ ਹੋਵੋਗੇ ਤੁਸੀਂ। ਮੈਂ ਆਪਣਾ ਕੰਮ ਕਰ ਚੁੱਕੀ ਤੇ ਪਿੰਡ ਵਾਲੇ ਆਪਣਾ ਕੰਮ ਆਪਣੇ ਆਪ ਕਰ ਲੈਣਗੇ। ਕੋਈ ਗੱਲ ਨਹੀਂ, ਸਾਂਭ ਲਾਂਗੇ ਪਿੰਡ ਵਾਲਿਆਂ ਨੂੰ। ਚਲੋ ਹੁਣ ਤੁਸੀਂ ਵੀ ਜਾਓ ਤੇ ਮੈਨੂੰ ਵੀ ਅਗਲੇ ਪਿੰਡ ਆਪਣੀ ਡਿਊਟੀ ਸੰਭਾਲਣ ਦੀ ਤਿਆਰੀ ਕਰਨੀ ਹੈ। ਚਲੋ ਮੁੰਡਿਓ। ਇਦਾਂ ਲੱਗ ਰਿਹਾ ਜਿੱਦਾਂ ਸੱਚੀ ਆਪਣੀ ਧੀ ਨੂੰ ਵਿਦਾ ਕਰ ਰਹੇ ਹੋਈਏ। ਜਦੋਂ ਤੂੰ ਸ਼ੁਰੂ ਚ ਸਾਡੇ ਘਰ ਆ ਕੇ ਗੱਲਾਂ ਕਰਦੀ ਹੁੰਦੀ ਸੀ ਨਾ, ਉਦੋਂ ਮੈਨੂੰ ਤੇਰੀਆਂ ਗੱਲਾਂ ਸਮਝ ਨਹੀਂ ਸੀ ਆਉਂਦੀਆਂ, ਪਰ ਅੱਜ ਮੈਨੂੰ ਸਮਝ ਆ ਰਿਹਾ ਕਿ ਤੈਨੂੰ ਕਿਉਂ ਜਾਣਾ ਪੈ ਰਿਹਾ। ਡਾਕਟਰ ਸਾਹਿਬ, ਅਸੀਂ ਨਸ਼ਿਆਂ ਦੇ ਖਿਲਾਫ ਨਾ ਸਭ ਨੂੰ ਇਕੱਠੇ ਕਰਾਂਗੇ। ਡਾਕਟਰ ਸਾਹਿਬ, ਤੁਸੀਂ ਸਾਨੂੰ ਜ਼ਿੰਦਗੀ ਜਿਉਣ ਦਾ ਮਕਸਦ ਦੇ ਦਿੱਤਾ ਹੈ। ਡਾਕਟਰ ਜੀ, ਜਿਹੜੀ ਗੱਲ ਤੁਸੀਂ ਸਾਡੇ ਖਾਨੇ 'ਚ ਪਾਈ ਹੈ ਨਾ, ਉਹ ਤਾਂ ਹੁਣ ਹੋ ਕੇ ਰਹੂਗੀ। ਮੈਂ ਭਾਵੇਂ ਤੁਹਾਡੇ ਤੋਂ ਦੂਰ ਜਾ ਰਹੀ ਹਾਂ, ਪਰ ਇਹ ਲੜਾਈ ਨਾ ਤਾਂ ਮੇਰੇ ਆਉਣ ਨਾਲ ਸ਼ੁਰੂ ਹੋਈ ਸੀ ਤੇ ਨਾ ਇਹ ਲੜਾਈ ਮੇਰੇ ਜਾਣ ਨਾਲ ਖਤਮ ਹੋਣੀ ਹੈ। ਇਹ ਲੜਾਈ ਤੁਸੀਂ ਆਪ ਲੜਨੀ ਹੈ। ਬਾਕੀ ਮੇਰਾ ਨੰਬਰ ਤੁਹਾਡੇ ਕੋਲ ਸਾਰਿਆਂ ਕੋਲੇ ਹੈਗਾ, ਕਿਸੇ ਵੀ ਕਿਸਮ ਦੀ ਲੋੜ ਹੋਵੇ ਤਾਂ ਮੈਨੂੰ ਫੋਨ ਕਰ ਲਿਓ। ਚੰਗਾ ਜੀ, ਤੇ ਯਾਦ ਰੱਖਿਓ, ਜ਼ੁਲਮ ਕਰਨਾ ਵੀ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਹੈ। ਲੜਦੇ ਰਹੋ। ਖਿਆਲ ਰੱਖਿਓ। ਚੱਲਦੀ। ਚੰਗਾ ਪੁੱਤ, ਸਤਿ ਸ਼੍ਰੀ ਅਕਾਲ। ਕੀ ਗੱਲ, ਬਾਕੀ ਲੋਕ ਨਹੀਂ ਆਏ? ਸਰਪੰਚ ਨੇ ਉਂਗਲ ਲਾਤੀ ਜੀ, ਭੱਜ ਗਏ ਸਾਰੇ। ਕਿਸੇ ਨੂੰ ਪੰਚੀ ਦਾ ਲਾਲਚ ਦੇਤਾ ਤੇ ਕਿਸੇ ਨੂੰ ਸਰਪੰਚੀ ਦਾ। ਚਲੋ ਕੋਈ ਗੱਲ ਨਹੀਂ ਜੀ, ਜਿੰਨੇ ਕੁ ਜਾਣੇ ਆਏ ਆ, ਤੁਸੀਂ ਇਹਨਾਂ ਨੂੰ ਆਪਣੀ ਗੱਲ ਸਮਝਾਓ। ਚਲੋ ਠੀਕ ਆ। ਜਦੋਂ ਵੀ ਕੋਈ ਆਪਾਂ ਨਵਾਂ ਕੰਮ ਸ਼ੁਰੂ ਕਰੀਦਾ ਨਾ, ਤਾਂ ਰਾਹ ਵਿੱਚ ਔਕੜਾਂ ਤਾਂ ਆਉਂਦੀਆਂ ਸਾਥੀਓ, ਪਰ ਜਦੋਂ ਆਪਣਾ ਸਾਂਝੀ ਖੇਤੀ ਵਾਲਾ ਤਜਰਬਾ ਸਫਲ ਹੋ ਗਿਆ ਨਾ, ਤਾਂ ਆਪਣੇ ਆਪ ਲੋਕ ਆਪਣੇ ਪਿੱਛੇ ਆਉਣਗੇ। ਠੀਕ ਆ ਜੀ, ਫਿਰ ਤੁਸੀਂ ਸਾਨੂੰ ਦੱਸੋ ਹੁਣ ਕੀ ਕਰਨਾ। ਕਰਨਾ ਕੀ ਆ, ਆਪਾਂ ਇਕੱਠੇ ਹੋ ਗਏ ਆ, ਇੱਕ ਕਮੇਟੀ ਬਣਾਉਨੇ ਆ, ਸਾਰੇ ਫੈਸਲੇ ਉਹ ਲਊਗੀ। ਇੱਕ ਸਾਂਝੀ ਜਗ੍ਹਾ ਆਪਾਂ ਸੰਦ ਰੱਖਾਂਗੇ, ਜਿਹਨੂੰ ਲੋੜ ਆ ਉਹ ਉਹਦੇ ਵਿੱਚੋਂ ਲਿਜਾ ਸਕਦਾ। ਇੱਕ ਸਾਂਝਾ ਟਰੈਕਟਰ ਰੱਖਾਂਗੇ, ਇਹਦੇ ਨਾਲ ਲਾਗਤ ਘਟੂਗੀ। ਜਿਹਨੂੰ ਚਾਹੀਦਾ ਟਰੈਕਟਰ ਉਹ ਲਿਜਾ ਕੇ ਆਪਣੀ ਖੇਤੀ ਕਰ ਸਕਦਾ। ਬਿਲਕੁਲ ਠੀਕ ਹੈ। ਚਲੋ ਠੀਕ ਆ ਫਿਰ। ਚੱਲ ਫਿਰ ਕੀ ਪਿਆ, ਮਾਰ ਟਰੈਕਟਰ ਨੂੰ ਸੈਲਫ ਤੇ ਕਰੀਏ ਕੰਮ ਸ਼ੁਰੂ। ਜੇ ਪੀਰ ਮਿਲਿਆ ਪੀੜ ਨਾ ਜਾਵੇ, ਉਹਨੂੰ ਪੀਰ ਕੀ ਤਰਨਾ ਮੁਰਸ਼ਦ ਮਿਲਿਆ ਇਰਸ਼ਾਦ ਨਾ ਮਨ ਨੂੰ, ਉਹਨੂੰ ਮੁਰਸ਼ਦ ਕੀ ਕਰਨਾ ਜੇ ਸਿਰ ਦਿੱਤਿਆਂ ਹੱਕ ਹਾਸਿਲ ਹੋਵੇ, ਮੌਤੋਂ ਹਾਂ ਬਈ ਬੀਬੀਓ, ਇਕੱਠ ਕੀਤਾ ਕੀ ਕਰਦੇ ਹੋ? ਅਸੀਂ ਨਸ਼ੇ ਵਾਲਿਆਂ ਦੇ ਖਿਲਾਫ ਪਹਿਰਾ ਲਾਇਆ ਹੋਇਆ। ਪਹਿਰਾ ਲਾਇਆ ਹੋਇਆ? ਉਹ ਪਹਿਰੇ ਲਾਣਾ ਤੁਹਾਡਾ ਕੰਮ ਨਹੀਂ, ਸਾਡਾ ਕੰਮ ਹੈ। ਚਲੋ ਜਾਓ ਘਰਾਂ ਨੂੰ। ਜੇ ਤੁਸੀਂ ਆਪਣਾ ਕੰਮ ਢੰਗ ਨਾਲ ਕੀਤਾ ਹੁੰਦਾ ਨਾ, ਤਾਂ ਸਾਨੂੰ ਇਹ ਕੰਮ ਨਹੀਂ ਸੀ ਕਰਨਾ ਪੈਣਾ। ਜਾਓ ਆਪਣਾ ਕੰਮ ਕਰੋ ਤੇ ਸਾਨੂੰ ਆਪਣਾ ਕੰਮ ਕਰਨ ਦਿਓ। ਜਾਗਦੇ ਰਹੋ।